ਪਰ ਇਹਦੇ ਤੋਂ ਪਹਿਲਾਂ ਵੀ ਤਾਂ ਸਰੂਪ ਆਉਂਦੇ ਹੀ ਹੋਣਗੇ, ਉਹ ਕਿਵੇਂ ਆਉਂਦੇ ਸੀ? ਦੁਨੀਆ ਭਰ ਦੇ ਵਿੱਚ ਚਰਚਾ ਛਿੜੀ ਹੋਈ ਹੈ। ਉਹ ਕਸਟਮ ਕਲੀਅਰ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੱਸ ਸਮੇਤ ਤੁਸੀਂ ਲੈ ਆਏ ਸੀ ਕਿ ਕੀ 440 ਜਾਂ 424 ਆਏ ਸੀ? ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਡਿਮਾਂਡ ਹੈ? 2 ਸਾਲਾਂ ਦੇ ਵਿੱਚ ਜੀ ਸਾਡੇ ਕੋਲ ਖਤਮ ਹੋ ਗਏ ਸੀਗੇ। ਕਿ ਨਾਰਥ ਕੈਰੋਲੀਨਾ ਵਾਲਿਆਂ ਨੂੰ ਜੈਸ ਹੋ ਚੁੱਕੀ ਸੀ, ਗ੍ਰੀਨ ਸਿਗਨਲ ਮਿਲ ਚੁੱਕਾ ਸੀ, ਕਿ ਉਹਨਾਂ ਨੇ ਕੋਈ ਗ੍ਰੰਥ ਸਾਹਿਬ ਛਾਪੇ ਜਾਂ ਨਹੀਂ? ਨਹੀਂ ਛਾਪੇ। ਕੁਛ ਨਹੀਂ ਕਰਨਾ, ਉੱਥੇ ਸਟਾਰਟ ਹੀ ਕੁਛ ਨਹੀਂ ਹੋਇਆ। ਪਰ ਜਿਸ ਦਿਨ ਤੁਸੀਂ ਇਹ ਛਾਪਣ ਬਾਰੇ ਸੋਚਿਆ, ਕਿ ਤੁਹਾਨੂੰ ਲੱਗਦਾ ਨਹੀਂ ਸੀ ਕਿ ਇਹ ਬਹੁਤ ਵੱਡੀ ਅਵਗਿਆ ਹੋ ਜੂ? ਪਰ ਜੇਕਰ ਕੱਲ੍ਹ ਨੂੰ ਇਹ ਫੈਸਲਾ ਆ ਜਾਂਦਾ ਹੈ ਕਿ ਛਾਪਣੇ ਹੀ ਨਹੀਂ, ਭਾਵੇਂ 4 ਕਰੋੜ ਆਵੇ, ਭਾਵੇਂ 40 ਕਰੋੜ ਖਰਚ ਆਵੇ, ਫਿਰ ਤੁਸੀਂ ਸਹਿਮਤੀ ਪ੍ਰਗਟਾਓਗੇ? ਨਾਟ ਐਗਰੀ। ਓਕੇ, ਅਸੀਂ ਐਗਰੀ ਨਹੀਂ ਕਰਦੇ। ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਦੋਸਤੋ, ਅੱਜ ਅਸੀਂ ਉਸ ਮਸਲੇ ਤੇ ਉਸ ਮੁੱਦੇ ਤੇ ਗੱਲਬਾਤ ਕਰਨੀ ਹੈ ਜਿਹੜੀ ਲਗਭਗ ਬੀਤੇ ਕਈ ਹਫ਼ਤਿਆਂ ਤੋਂ ਲਗਾਤਾਰ ਗਰਮਾ ਰਹੀ ਹੈ। ਕੋਈ ਇਧਰੋਂ ਸੁਣ ਰਿਹਾ ਹੈ ਤੇ ਕੋਈ ਉਧਰੋਂ ਸੁਣ ਰਿਹਾ ਹੈ। ਦਰਅਸਲ ਜਿਸ ਵਿਅਕਤੀ ਨੇ ਇਹ ਗੱਲਬਾਤ ਕੀਤੀ ਹੈ, ਜਿਸ ਵਿਅਕਤੀ ਦੇ ਨਾਲ ਇਹ ਗੱਲਬਾਤ ਜੁੜੀ ਹੋਈ ਹੈ, ਸ਼ਾਇਦ ਉਹਦੇ ਨਾਲ ਕਿਸੇ ਨੇ ਬਹੁਤੀ ਵਾਰੀ ਗੱਲਬਾਤ ਕੀਤੀ ਨਾ ਹੋਵੇ। ਤੁਸੀਂ ਕਿਸੇ ਤੋਂ ਸੁਣ ਲਈ ਤੇ ਕਿਸੇ ਦੀ ਸੁਣੀ ਤੁਸੀਂ ਅੱਗੇ ਸੁਣਾ ਦਿੱਤੀ। ਸੋ ਅੱਜ ਸਾਂਝਾ ਟੀਵੀ ਦੀ ਇੱਕ ਕੋਸ਼ਿਸ਼ ਹੈ ਕਿ ਇਸ ਮੁੱਦੇ ਦੇ ਐਨ ਅੰਦਰ ਤੇ ਤਹਿ ਤੱਕ ਜਾਣ ਦੇ ਵਾਸਤੇ ਜਿਸ ਵਿਅਕਤੀ ਵਿਸ਼ੇਸ਼ ਦੇ ਨਾਲ, ਜਿਸ ਟਰਸਟ ਦੇ ਨਾਲ ਇਹ ਮਾਮਲਾ ਜੁੜਿਆ ਹੋਇਆ, ਗੱਲਬਾਤ ਉਹਨਾਂ ਨਾਲ ਖੁਦ ਬਖੁਦ ਕੀਤੀ ਜਾਵੇ। ਸਵਾਲ ਜਿਹੜੇ ਤੁਹਾਡੇ ਆਲੇ ਦੁਆਲਿਓਂ ਸਾਡੇ ਕੰਨੀ ਪੈਂਦੇ ਰਹੇ ਹੈ, ਲਗਭਗ ਸਾਰੇ ਸਵਾਲ ਹੋਣਗੇ ਉਹੀ। ਆਓ ਅੱਜ ਅਸੀਂ ਗੱਲਬਾਤ ਕਰਾਂਗੇ ਰੁਪਦਮਨ ਸਿੰਘ ਮਲਕ ਹੋਰਾਂ ਦੇ ਨਾਲ। ਆਓ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਅਤੇ ਫਿਰ ਇੱਕ ਸਵਾਲ ਚਿਣ ਕੇ ਧਰ ਦਿਆਂਗੇ। ਸੋ ਕੋਸ਼ਿਸ਼ ਕਰਾਂਗੇ ਕਿ ਤੁਹਾਡੇ ਹਰ ਸਵਾਲ ਦਾ ਜਵਾਬ ਮਲਕ ਸਾਹਿਬ ਤੋਂ ਲਿਆ ਜਾਵੇ ਅਤੇ ਮਲਕ ਸਾਹਿਬ ਦਾ ਇਸ ਮਾਮਲੇ ਤੇ ਕੀ ਪੱਖ ਹੈ। ਸਵਾਲ ਭਾਵੇਂ ਸਾਡੇ ਹੋਣਗੇ ਪਰ ਜਵਾਬ ਮਲਕ ਸਾਹਿਬ ਦੇ ਆਪਣੇ ਹੋਣਗੇ। ਮਲਕ ਸਾਹਿਬ, ਸਭ ਤੋਂ ਪਹਿਲਾਂ ਸਵਾਗਤ। ਜੀ ਆਇਆਂ ਨੂੰ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਲਕ ਸਾਹਿਬ, ਸਭ ਤੋਂ ਪਹਿਲਾਂ ਕਿ ਅਸਲ ਮਾਮਲੇ ਵੱਲ ਰੁਖ ਕਰੀਏ ਕਿ ਮਾਮਲਾ ਕੀ ਹੈ, ਕਿੱਥੋਂ ਘਟਿਆ। ਲਗਭਗ ਦੁਨੀਆ ਭਰ ਦੇ ਵਿੱਚ ਇਸ ਵਕਤ ਚਰਚਾ ਦਾ ਵਿਸ਼ਾ ਹੈ ਸਤਨਾਮ ਐਜੂਕੇਸ਼ਨ ਟਰਸਟ, ਜਿਸ ਦੇ ਅਧੀਨ, ਜਿਸ ਦੀ ਛਤਰ ਛਾਇਆ ਲਗਭਗ ਬਹੁਤ ਸਾਰੇ ਅਦਾਰੇ ਉਸ ਦੇ ਵਿੱਚ ਚੱਲ ਰਹੇ ਨੇ। ਉਹ ਇੱਕ ਅੰਬਰੇਲਾ ਹੈ। ਸਭ ਤੋਂ ਪਹਿਲਾਂ ਮੈਨੂੰ ਇਹ ਦੱਸੋ ਜੀ, ਜਿਹੜਾ ਇਹ ਟਰਸਟ ਬਣਿਆ ਹੋਇਆ, ਇਹ ਕਦੋਂ ਕਦਾ ਬਣਿਆ ਹੋਇਆ, ਕਿੰਨੇ ਕਵਰੇ ਹੋ ਗਏ ਜੀ? ਸਤਨਾਮ ਐਜੂਕੇਸ਼ਨ ਸੁਸਾਇਟੀ ਜੀ ਇਹ ਐਜੂਕੇਸ਼ਨ ਦਾ ਵਿਚਾਰ ਦੇ ਨਾਲ 1986 ਦੇ ਵਿੱਚ ਬਣਾਈ ਸੀ ਜੀ, ਵੀ ਬੱਚਿਆਂ ਨੂੰ ਐਜੂਕੇਟ ਕੀਤਾ ਜਾਵੇ ਆਪਣੇ ਧਰਮ ਬਾਰੇ ਜੀ। ਤੇ ਉਹਦੇ ਤੋਂ ਬਾਅਦ ਕਿੰਨੇ ਕੁ ਅਦਾਰੇ ਆ ਜੀ ਚੱਲ ਰਹੇ ਆ ਜੀ? ਖਾਲਸਾ ਸਕੂਲ 86 ਦੇ ਵਿੱਚ ਸਟਾਰਟ ਹੋਇਆ ਸੀ ਵੈਨਕੂਵਰ 'ਚ, ਫਿਰ 90 ਦੇ ਵਿੱਚ ਇੱਥੇ ਨਿਊਟਨ ਦੇ ਵਿੱਚ ਬਿਲਡਿੰਗ ਬਣਾਈ। ਫਿਰ ਉਸ ਤੋਂ ਬਾਅਦ ਮੇਰੇ ਖਿਆਲ 2005 ਦੇ ਵਿੱਚ ਉੱਥੇ ਓਲਡ ਜੇਲ ਰੋਡ ਬੜਾ ਵੱਡਾ ਕੰਪਲੈਕਸ ਹੈ, ਉੱਥੇ ਹਾਈ ਸਕੂਲ ਵੀ ਹੈ ਤੇ ਉੱਥੇ ਐਲੀਮੈਂਟਰੀ ਸਕੂਲ ਵੀ ਹੈਗਾ। ਉਸ ਤੋਂ ਬਾਅਦ ਫਿਰ ਮਿਸ਼ਨ ਦੇ ਵਿੱਚ 160 ਏਕੜ ਜ਼ਮੀਨ ਤੇ ਖਾਲਸਾ ਸੈਂਟਰ, ਉਹ ਇੱਕੋ ਹੀ ਸਾਈਟ ਹੈਗੀ ਹੈ ਮੇਰੇ ਖਿਆਲ ਸਿੱਖ ਧਰਮ ਦੇ ਵਿੱਚ, ਜਿੱਥੇ ਕਿ ਕੈਂਪ ਸਾਈਟ, ਜਿੱਥੇ ਸਾਡੇ ਯੂਥ, ਸਾਡੇ ਸਾਰੇ ਪਰਿਵਾਰ ਜਾ ਕੇ ਤੇ ਕੈਂਪ ਲਾ ਸਕਣ ਤੇ ਆਪਣੇ ਧਰਮ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਣ। ਉਸ ਤੋਂ ਬਾਅਦ ਆਰਡਰ ਗੁਰੂ ਦੇ ਵਿੱਚ ਸਕੂਲ ਹੈਗਾ, ਖਰੀਦਿਆ, ਬੱਚੇ ਪੜ੍ਹਦੇ ਨੇ। ਨਾਲੇ ਕਿੰਡਰਗਾਰਟਨ ਤੋਂ 12 ਤੱਕ ਐਜੂਕੇਸ਼ਨ ਚੱਲਦੀ ਹੈ। ਨਾਲੇ ਜਿਹੜਾ ਹੈਗਾ ਚਾਈਲਡ ਕੇਅਰ 3 ਤੋਂ 5 ਜਾਂ ਜਿਹੜਾ ਇਨਫੈਂਟ ਟੌਡਲਰ ਹੈਗਾ ਛੋਟੇ ਬੱਚਿਆਂ ਦਾ, ਉਹ ਵੀ ਚੱਲਦਾ ਹੈਗਾ। ਸੋ ਬੇਸਿਕਲੀ 6 ਮਹੀਨੇ ਤੋਂ ਲੈ ਕੇ 12 ਗ੍ਰੇਡ ਤੱਕ, 6 ਮਹੀਨੇ ਦੇ ਬੱਚੇ ਇਨਫੈਂਟ ਟੌਡਲਰ ਤੇ ਗ੍ਰੇਡ 12 ਤੱਕ ਸਕੂਲ ਚੱਲਦੇ ਨੇ। ਅੱਛਾ ਮਲਕ ਸਾਹਿਬ, ਆਮ ਤੌਰ ਤੇ ਆਪਾਂ ਵੇਖਦੇ ਹਾਂ, ਜੇ ਆਪਾਂ ਯੂ ਭਾਈਚਾਰੇ ਦੀ ਗੱਲ ਕਰੀਏ, ਉਹਨਾਂ ਨੇ ਐਜੂਕੇਸ਼ਨ ਵਾਲੇ ਪੱਖ ਨੂੰ ਬਹੁਤ ਅੱਗੇ ਲੈ ਕੇ ਗਏ, ਪਰ ਸਾਡੇ ਭਾਈਚਾਰੇ ਨੇ ਬਹੁਤ ਵੱਡੇ ਬਿਜ਼ਨਸ ਸਥਾਪਿਤ ਕਰ ਲਏ। ਪਰ ਆ ਐਜੂਕੇਸ਼ਨ ਵਾਲੇ ਪਾਸੇ ਅਸੀਂ ਬਹੁਤ ਘੱਟ ਧਿਆਨ ਦਿੱਤਾ। ਜੇਕਰ ਕਿਸੇ ਨੇ ਧਿਆਨ ਦਿੱਤਾ ਤਾਂ ਕਈ ਵਾਰੀ ਅਸੀਂ ਵੇਖਿਆ ਕਿ ਉਹਨਾਂ ਨੇ ਬਾਹਲੀਆਂ ਗੱਲਾਂ ਬਾਤਾਂ ਵੱਲ ਧਿਆਨ ਨਾ ਦਿੱਤਾ। ਤੁਹਾਡੇ ਮਨ ਵਿੱਚ ਇਹ ਵਿਚਾਰ ਕਿਵੇਂ ਆਇਆ ਸੀ ਜੀ? ਅਸੀਂ ਇਹ ਸਮਝਦੇ ਹਾਂ ਵੀ ਕਿਸੇ ਵੀ ਕੌਮ ਦੀ ਤਰੱਕੀ ਲਈ ਐਜੂਕੇਸ਼ਨ ਦਾ ਬੜਾ ਵੱਡਾ ਪੱਖ ਹੈਗਾ ਜੀ।
ਵੀ ਜੇ ਬੱਚਿਆਂ ਦੀ ਐਜੂਕੇਸ਼ਨ ਹੋਵੇ, ਫਿਰ ਬੈਲੈਂਸ ਲਾਈਫ ਦੇ ਵਿੱਚ ਧਰਮ ਦਾ ਤੇ ਐਜੂਕੇਸ਼ਨ ਦਾ ਸੰਬੰਧ ਹੋਵੇ, ਤਾਂ ਹੀ ਬੈਲੈਂਸ ਲਾਈਫ ਰਹਿ ਸਕਦੀ ਹੈ। ਜੀ ਬੜੇ ਵੱਡੇ ਬਿਜ਼ਨਸਮੈਨ ਬਣ ਜਾਂਦੇ ਨੇ, ਬੜੇ ਵੱਡੇ ਹੋਰ ਨੌਕਰੀਆਂ ਤੇ ਲੱਗ ਜਾਂਦੇ ਨੇ, ਪਰ ਉਹ ਖੁਸ਼ ਫੇਰ ਵੀ ਨਹੀਂ ਹੁੰਦੇ, ਕਿਉਂਕਿ ਉਹਨਾਂ ਕੋਲ ਜਿਹੜਾ ਨਾ ਧਰਮ ਦੀ ਐਬਸੈਂਸ ਹੁੰਦੀ ਹੈ। ਸੋ ਅਸੀਂ ਇਹ ਖਾਲਸਾ ਸਕੂਲ ਦੀ ਸਥਾਪਨਾ ਦਾ ਮੁੱਢ ਇਹੋ ਹੀ ਸੀਗਾ ਵੀ ਸਾਡੇ ਬੱਚੇ ਆਪਣੇ ਧਰਮ ਬਾਰੇ ਵੀ ਜਾਣ ਸਕਣ ਤੇ ਚੰਗੀ ਅਕੈਡਮਿਕ ਐਜੂਕੇਸ਼ਨ ਵੀ ਲੈ ਸਕਣ। ਅੱਛਾ, ਬਹੁਤ ਸਾਰੇ ਬੱਚੇ ਹੋਣਗੇ ਜਾਂ ਮਾਪੇ ਹੋਣਗੇ, ਉਹ ਚਾਹੁੰਦੇ ਹੋਣਗੇ ਅਸੀਂ ਕਿਸੇ ਪ੍ਰਾਈਵੇਟ ਸਕੂਲ ਦੇ ਵਿੱਚ ਆਪਣੇ ਬੱਚਿਆਂ ਨੂੰ ਪੜ੍ਹਨ ਪਾਈਏ। ਕੀ ਸਿਰਫ ਸਿੱਖ ਧਰਮ ਦੇ ਬੱਚੇ ਹੀ ਇਸ ਖਾਲਸਾ ਸਕੂਲ, ਕਿਉਂਕਿ ਆਪਣੇ ਆਪ ਨਾਂ ਤੋਂ ਪਤਾ ਲੱਗਦਾ ਕਿ ਕੀ ਸਿਰਫ ਸਿੱਖ ਧਰਮ ਨਾਲ ਸੰਬੰਧਿਤ ਬੱਚੇ ਹੀ ਖਾਲਸਾ ਸਕੂਲ ਵਿੱਚ ਐਡਮਿਸ਼ਨ ਲੈ ਸਕਦੇ ਨੇ, ਦਾਖਲ ਹੋ ਸਕਦੇ ਨੇ, ਜਾਂ ਕਿਸੇ ਵੀ ਧਰਮ ਦਾ ਬੱਚਾ ਜੀ? ਨਹੀਂ, ਹਰ ਇੱਕ ਸਕੂਲ ਦੇ ਵਿੱਚ ਐਡਮਿਸ਼ਨ ਸਾਰਿਆਂ ਨੂੰ ਓਪਨ ਹੈਗੀ ਹੈ। ਸਿਰਫ ਇੱਕ ਪੀਰੀਅਡ ਜਦੋਂ ਇੰਡੀਆ ਦੇ ਵਿੱਚ ਕ੍ਰਿਸਚੀਅਨਿਟੀ ਸਕੂਲ ਸੀਗੇ ਤੇ ਉਹ ਇੱਥੇ ਵੀ ਹੈਗੀ ਹੈ ਜੀ, ਸਾਡੇ ਬੱਚੇ ਕ੍ਰਿਸਚੀਅਨਿਟੀ ਵੀ ਪੜ੍ਹਦੇ ਸੀਗੇ। ਸੋ ਜੇ ਕੋਈ ਕਿਸੇ ਹੋਰ ਧਰਮ ਦਾ ਆਂਦਾ ਤੇ ਜਿਹੜਾ ਅਸੀਂ ਗੁਰਦੁਆਰਾ ਪੀਰੀਅਡ ਹੈਗਾ, ਉਹਦੇ 'ਚ ਅਸੀਂ ਉਹਨਾਂ ਨੂੰ ਆਪਣੇ ਸਿੱਖ ਧਰਮ ਬਾਰੇ ਦੱਸਦੇ ਹੈਗੇ। ਅੱਛਾ, ਉਹ ਲਾਜ਼ਮੀ ਹੈ। ਉਹ ਲਾਜ਼ਮੀ। ਅੱਛਾ, ਪਰ ਦਾਖਲਾ ਕਿਸੇ ਵੀ ਧਰਮ ਦਾ ਬੱਚਾ ਸਕੂਲ 'ਚ ਲੈ ਸਕਦਾ? ਕੋਈ ਵੀ ਲੈਵਲ, ਕਈ ਹਿੰਦੂ ਬੱਚੇ ਸਾਡੇ ਕੋਲ ਆਉਂਦੇ ਨੇ ਤੇ ਅਸੀਂ ਉਹਨਾਂ ਨੂੰ ਕਹਿੰਦੇ ਵੈਲਕਮ ਹੈਗੇ ਤੁਸੀਂ ਵੀ, ਜਿਵੇਂ ਉਹ ਕ੍ਰਿਸਚੀਅਨ ਸਕੂਲਾਂ 'ਚ ਉਹਨਾਂ ਦਾ ਪੀਰੀਅਡ ਲਾਜ਼ਮੀ ਸੀਗਾ, ਇਸ ਤਰ੍ਹਾਂ ਹੀ ਸਾਡੇ ਲਾਜ਼ਮੀ ਹੈਗਾ ਧਰਮ। ਸੋ ਹੁਣ ਇਹ ਦੱਸੋ ਮੈਨੂੰ, ਅੱਜ ਜਿਹੜੇ ਤੁਸੀਂ ਸਕੂਲ ਗਣਾਏ ਨੇ, ਮਿਸ਼ਨ ਦੇ ਵਿੱਚ ਕੈਂਪਸ ਦੀ ਗੱਲ ਕੀਤੀ ਹੈ, ਟੋਟਲ ਕੈਪੈਸਿਟੀ ਕਿੰਨੀ ਸੀਗੀ ਸਕੂਲਾਂ ਦੀ? ਹੌਲੀ ਹੌਲੀ ਫਿਰ ਤੁਹਾਨੂੰ ਵੱਡੇ ਵੀ ਕਰਨੇ ਪੈਣਗੇ, ਹੁਣ ਸਟਰੈਂਥ ਕਿੰਨੀ ਹੋ ਗਈ ਹੈ? ਸਟਰੈਂਥ ਤਕਰੀਬਨ ਸਾਰੇ ਬੱਚੇ ਸਾਡੇ ਕੋਲ 2500 ਹੈਗਾ ਸਾਰੇ ਸਕੂਲਾਂ ਦੇ ਵਿੱਚ, ਸਾਰਿਆਂ ਦੇ ਵਿੱਚ। ਅੱਛਾ, ਹੁਣ ਆਪਾਂ ਗੱਲ ਕਰੀਏ ਕਿ ਹਰੇਕ ਗੁਰਦੁਆਰਾ ਸਾਹਿਬ, ਜਦੋਂ ਤੁਸੀਂ ਗੱਲ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਹੀ ਨੇ, ਹਰੇਕ ਸਕੂਲ ਦੇ ਵਿੱਚ ਗੁਰਦੁਆਰਾ ਸਾਹਿਬ ਹੈ? ਹਰ ਸਕੂਲ ਦੇ ਵਿੱਚ ਗੁਰਦੁਆਰਾ ਤੇ ਇੱਕ ਪੀਰੀਅਡ ਗੁਰਦੁਆਰਾ ਪੀਰੀਅਡ ਹੈਗਾ। ਅੱਛਾ ਜੀ। ਤੇ ਹੁਣ ਜਿਹੜਾ ਬੀਤੇ ਦਿਨਾਂ ਦਾ ਮਾਮਲਾ, ਆਪਾਂ ਉਧਰ ਨੂੰ ਵਧੀਏ। ਮੈਨੂੰ ਇਹ ਦੱਸੋ ਕਿ ਬੀਤੇ ਦਿਨਾਂ ਦੇ ਵਿੱਚ ਵੀ ਅਸੀਂ ਬਹੁਤ ਸਾਰੇ ਘਰਾਂ ਦੇ ਵਿੱਚ ਵੀ ਜਾਂਦੇ ਹਾਂ, ਬਹੁਤ ਸਾਰੇ ਲੋਕਾਂ ਨੇ ਘਰਾਂ ਦੇ ਵਿੱਚ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ। ਸਰੀ ਦੇ ਵਿੱਚ ਵੀ, ਹੋਰਨਾਂ ਸਾਰਿਆਂ ਥਾਵਾਂ ਤੇ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬ ਵੀ ਸਥਾਪਿਤ ਹੋਏ ਨੇ, ਨਵੇਂ ਵੀ ਬਣੀ ਜਾ ਰਹੇ ਨੇ। ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਪਾਵਨ ਸਰੂਪ ਨੇ, ਆ ਤਾਂ ਹੁਣ ਤੁਸੀਂ ਇੱਥੇ ਛਾਪੇ ਹੈ, ਜਿਸ ਦੇ ਕਾਰਨ ਇਸ ਵਕਤ ਦੁਨੀਆ ਭਰ ਦੇ ਵਿੱਚ ਚਰਚਾ ਛਿੜੀ ਹੋਈ ਹੈ। ਜਿਸ ਤੋਂ ਬਾਅਦ ਜੋ ਸ਼੍ਰੀ ਅਕਾਲ ਤਖਤ ਸਾਹਿਬ ਨੇ ਆਖਿਆ ਸੀ, ਆਪਾਂ ਉਧਰ ਨੂੰ ਵੀ ਜਾਵਾਂਗੇ, ਪਰ ਇਹਦੇ ਤੋਂ ਪਹਿਲਾਂ ਵੀ ਤਾਂ ਸਰੂਪ ਆਉਂਦੇ ਹੀ ਹੋਣਗੇ, ਉਹ ਕਿਵੇਂ ਆਉਂਦੇ ਸੀ ਜੀ? 1979 ਤੋਂ ਅਸੀਂ ਇਸ ਲਾਈਨ 'ਚ ਪਏ। ਅੱਛਾ ਜੀ। 77 'ਚ ਪੈ ਗਏ ਸੀਗੇ। 79 ਤੋਂ ਅਸੀਂ, ਮਤਲਬ 77 'ਚ ਮਹਾਂਪੁਰਖਾਂ ਨਾਲ ਰਲ ਕੇ ਅਸੀਂ ਪ੍ਰਚਾਰ ਸ਼ੁਰੂ ਕੀਤਾ। 79 'ਚ ਪਹਿਲੀ ਵਾਰੀ ਅਸੀਂ ਮਹਾਰਾਜ ਸਰੂਪ ਮੰਗਾਏ। ਉਦੋਂ ਪੇਟੀਆਂ ਦੇ ਵਿੱਚ, ਉਦੋਂ ਸਿੱਖ ਥੋੜੇ ਸੀਗੇ ਇੱਥੇ, ਪੇਟੀਆਂ ਦੇ ਵਿੱਚ ਆਉਂਦੇ ਹੁੰਦੇ ਸੀਗੇ। ਪੇਟੀ ਜਹਾਜ਼ 'ਚ ਰੱਖ ਲੈਣੀ ਜੀ? ਨਹੀਂ, ਹਾਂ, ਸ਼ਿਪ। ਅੱਛਾ, ਸ਼ਿਪ 'ਚ ਆਉਂਦੇ ਸੀ? ਕਾਰਗੋ ਦੇ ਵਿੱਚ। ਕਾਰਗੋ 'ਚ ਆਉਂਦੇ ਸੀ। ਅੱਛਾ, ਫਿਰ ਉਹਦੇ ਤੋਂ ਬਾਅਦ ਉਹ ਪੇਟੀ ਕੋਈ ਸਪੈਸ਼ਲ ਬਣਾਉਂਦੇ ਸੀ ਜੀ? ਨਹੀਂ, ਮਤਲਬ ਪੇਟੀ 'ਚ ਅਸੀਂ ਇੱਕ ਪੇਟੀ 'ਚ ਕੋਈ ਗੁਰੂ ਗ੍ਰੰਥ ਸਾਹਿਬ ਮੰਗਾਉਂਦੇ ਸੀਗੇ। ਅੱਛਾ। ਇੱਕ ਪੇਟੀ ਦੇ ਵਿੱਚ, ਕਿਉਂ ਕਰਕੇ ਉਦੋਂ ਮਤਲਬ ਉਦੋਂ ਅਸੀਂ ਇਸ ਤਰ੍ਹਾਂ ਹੀ ਕਰਦੇ ਸੀਗੇ ਤੇ ਅਕਾਲ ਤਖਤ ਵੱਲੋਂ ਵੀ ਅਲਾਉਡ ਸੀਗਾ ਉਦੋਂ। ਅੱਛਾ। ਫਿਰ ਅਕਾਲ ਤਖਤ ਸਾਹਿਬ ਦਾ ਹੁਕਮ ਆਇਆ SGPC ਦਾ ਵੀ ਤੁਸੀਂ ਕੰਟੇਨਰ, ਸਾਲਮ ਕੰਟੇਨਰ ਲਵੋ। ਫਿਰ ਅਸੀਂ ਸਾਲਮ ਕੰਟੇਨਰ ਦੇ ਵਿੱਚ ਸ਼ੈਲਵਿੰਗ ਬਣਾ ਕੇ ਤੇ ਗੁਰੂ ਗ੍ਰੰਥ ਸਾਹਿਬ ਲੈ ਕੇ ਆਉਂਦੇ ਸੀਗੇ। ਤੇ ਜਦੋਂ ਉਸ ਸ਼ੈਲਵਿੰਗ ਬਣਾਉਂਦੇ ਸੀਗੇ ਤੇ ਸ਼ੈਲਵਿੰਗ ਦੇ ਵਿੱਚ ਕੱਪੜਾ ਲਾਉਂਦੇ ਸੀਗੇ, ਅੱਗੇ ਹੁੰਦੇ ਅਸੀਂ ਕੱਪੜਾ ਲਾ ਦਿੰਦੇ ਸੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੇ ਕੰਟੇਨਰ ਟੇਢਾ ਮੇਢਾ ਹੋਵੇ ਤੇ ਦਾ ਨਾ ਡਿੱਗਣ। ਸੋ ਉਹ ਬੜਾ ਬੈਸਟ ਤਰੀਕਾ ਸੀਗਾ। ਅੱਛਾ ਜੀ। ਉਸ ਤੋਂ ਬਾਅਦ 2014 ਦੇ ਵਿੱਚ ਸਾਨੂੰ ਉਹਨਾਂ ਨੇ ਕਿਹਾ ਵੀ ਤੁਸੀਂ ਕੰਟੇਨਰ ਨਹੀਂ ਲਿਜਾ ਸਕਦੇ। ਉਸ ਤੋਂ ਪਹਿਲੇ ਹੀ ਕਹਿਤਾ SGPC ਮਤਲਬ ਮੰਨ ਲਓ ਵੀ 12 'ਚ ਕਹਿਤਾ ਤੇ 14 ਦੇ ਵਿੱਚ ਅਸੀਂ ਪਹਿਲੀ ਵਾਰੀ ਬੱਸ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਕੇ ਆਂਦੇ ਅੰਮ੍ਰਿਤਸਰ ਤੋਂ। ਉਹ ਬੱਸ ਕਿਹਦੀ ਸੀ ਜੀ? SGPC ਦੀ। ਉਹਦੇ ਬੱਸ ਉੱਤੇ ਲਿਖਿਆ ਸੀਗਾ ਸ੍ਰੀ ਗੁਰੂ ਗ੍ਰੰਥ ਸਾਹਿਬ। ਅੱਛਾ ਜੀ। ਦੀ ਬੱਸ ਹੈਗੀ। ਉਹ ਬੱਸ ਉੱਥੋਂ ਸ਼ਿਪ ਕਰ ਦਿੱਤੀ? ਸ਼ਿਪ ਦੇ ਵਿੱਚ ਬੰਬੇ ਤੋਂ ਸ਼ਿਪ ਚੱਲਦਾ ਹੈਗਾ। ਉੱਥੋਂ ਦੀ ਸ਼ਿਪ ਅੰਮ੍ਰਿਤਸਰ ਤੋਂ ਬੱਸ ਗਈ ਬੰਬੇ। ਜਿਹੜੀ ਕੱਟ ਆਫ ਡੇਟ ਹੁੰਦੀ ਹੈ, ਜਦੋਂ ਸ਼ਿਪ ਚੱਲਣਾ ਹੁੰਦਾ, ਉਸ ਤੋਂ 7 ਦਿਨ ਪਹਿਲੇ ਬੱਸ ਉੱਥੇ ਪਹੁੰਚਣੀ ਹੁੰਦੀ ਹੈ। ਅੱਛਾ ਜੀ। ਇਹ 9 ਦਿਨ ਪਹਿਲੇ ਮੈਂ ਕਿਹਾ ਪਹੁੰਚ ਗਈ ਸੀਗੀ। ਫਿਰ ਉਹ ਉੱਥੋਂ ਦੀ ਬੰਬੇ ਵਿੱਚ ਲੋਡ ਹੋ ਕੇ ਬੱਸ ਉਹ ਸਿੰਗਾਪੁਰ ਗਈ। ਸਿੰਗਾਪੁਰ ਤੋਂ ਫਿਰ ਉਹ ਜਹਾਜ਼ ਚੇਂਜ ਕੀਤਾ ਬੱਸ ਨੇ। ਫਿਰ ਉਹ ਉੱਥੇ ਬੱਸ ਹੋਰ ਸ਼ਿਪ 'ਚ ਡਰਾਈਵ ਕਰਕੇ ਰੱਖਤੀ ਉਹਨਾਂ ਨੇ ਤੇ ਫਿਰ ਉਹ ਬੱਸ ਇੱਥੇ ਆਈ
ਵੈਨਕੂਵਰ 'ਚ। ਅੱਛਾ ਜੀ। ਅੱਛਾ, ਉਹ ਜਿਹੜੀ ਬੱਸ ਸੀ ਉਹ ਆਮ ਬੱਸਾਂ ਵਰਗੀ ਜਿਹੜੀ ਯਾਤਰੂ ਬੱਸ ਉਹੀ ਬੱਸ ਸੀ ਜਾਂ ਉਹ ਸਪੈਸ਼ਲ ਤਿਆਰ ਕੀਤੀ ਜਾਂ ਕਰਵਾਈ ਜੀ? ਨਾ, ਹਾਂ। ਉਹ ਖਾਸ SGPC ਨੇ ਬੜੇ ਸਤਿਕਾਰ ਨਾਲ ਉਹ ਬੱਸ ਬਣਾਈ। ਉਹ ਬੱਸਾਂ ਦੇ ਵਿੱਚ ਹੀ ਇੰਡੀਆ ਦੇ ਵਿੱਚ ਕਰਦੇ ਸੀ। ਉਸੇ ਬੱਸ 'ਚ ਉਹਨਾਂ ਨੇ ਹੋਰ ਥਾਂ ਤੇ ਵੀ ਸਰੂਪ ਲੈ ਕੇ ਆਂਦੇ ਸੀਗੇ। ਉਸ ਬੱਸ 'ਚ ਸ਼ੈਲਵਿੰਗ ਸੀਗੀ, ਜਿਵੇਂ ਸਾਡੇ ਕੋਲ ਖਾਲਸਾ ਸਕੂਲ 'ਚ ਸ਼ੈਲਵਿੰਗ ਹੈਗੀ ਹੈ ਸੱਚਖੰਡ ਦੇ ਵਿੱਚ, ਉਸ ਤਰ੍ਹਾਂ ਦੀ ਸ਼ੈਲਵਿੰਗ ਹੈਗੀ ਹੈ ਉਹਨਾਂ ਬੱਸਾਂ ਦੇ ਵਿੱਚ। ਅੱਗੇ ਉੱਤੇ ਅਸੀਂ ਉੱਥੇ ਕੰਟੇਨਰ 'ਚ ਲਾਇਆ ਸੀ ਫੈਬਰਿਕ, ਇਹਨਾਂ ਨੇ ਅੱਗੇ ਉੱਤੇ ਗਲਾਸ ਲਾਇਆ ਹੋਇਆ ਅੱਛਾ। ਵੀ ਮਹਾਰਾਜ ਦਾ ਸਰੂਪ ਬਾਹਰ ਡਿੱਗ ਨਹੀਂ ਸੀ ਸਕਦਾ ਅੱਛਾ ਜੀ। ਉਸ ਬੱਸ ਵਿੱਚੋਂ। ਤੇ ਉਹ ਬੜੇ ਸਤਿਕਾਰ ਨਾਲ ਬੱਸ ਇੱਥੇ ਪਹੁੰਚੀ। ਜਦੋਂ ਪਹੁੰਚੀ ਤੇ ਅਸੀਂ 2 ਦਿਨਾਂ ਦੇ ਅੰਦਰ ਕਸਟਮ ਕਲੀਅਰ ਕਰਾ ਕੇ ਤੇ ਉਹ ਬੱਸ ਲੈ ਕੇ ਇੱਥੇ ਆਪਣੇ ਖਾਲਸਾ ਸਕੂਲ ਲਿਆ ਕੇ ਤੇ ਬੜੇ ਸਤਿਕਾਰ ਨਾਲ ਅਸੀਂ ਉਹਨਾਂ ਨੂੰ ਕੀਤਾ। ਜਿਹੜੇ ਕੁਝ ਬੰਦੇ ਨੇ ਉਹਨਾਂ ਨੇ ਰੌਲਾ ਪਾਉਣ ਦੀ ਸੇਵਾ ਮਿਲੀ ਹੁੰਦੀ ਹੈ ਉਹਨਾਂ ਨੂੰ, ਉਹਨਾਂ ਨੇ ਬੜਾ ਰੌਲਾ ਪਾਇਆ ਉਹ ਕਾਹਦਾ ਪਾਇਆ ਜੀ? ਵੀ ਬੱਸ ਬੜਾ ਚਿਰ ਉੱਥੇ ਖੜੀ ਰਹੀ, ਵੀ ਬੱਸ ਨੇ 2 ਮਹੀਨੇ ਲਾਤੇ ਜਾਂ 1.5 ਮਹੀਨਾ ਲਾਤਾ, ਉਹਨਾਂ ਨੂੰ ਯਾਦ ਨਹੀਂਗਾ। ਵੀ ਨੈਚੁਰਲੀ ਜਦੋਂ ਬੱਸ ਬੰਬੇ ਤੋਂ ਚੱਲੀ ਇੱਥੇ ਆਉਂਦਿਆਂ 6-7 ਹਫ਼ਤੇ ਲੱਗ ਗਏ ਹੋਣੇ ਆ। ਜੀ ਜੀ। ਤੇ ਪਰ ਉਹ ਪ੍ਰੋਸੈਸ ਪਤਾ ਸੀ SGPC ਨੂੰ ਵੀ ਇਸ ਪ੍ਰੋਸੈਸ ਚੋਂ ਬੱਸ ਜਾਣੀ ਹੈ। ਫਿਰ ਜਦੋਂ ਇੱਥੇ ਮਤਲਬ ਬੇਦਬੀ ਦਾ ਚੱਕਰ ਪਾ ਦਿੰਦੇ ਨੇ, ਬੇਦਬੀ ਤੇ ਇੱਕ ਫੀਲਿੰਗ ਹੈਗੀ ਹੈ ਵੀ ਹੁਣ ਅਸੀਂ ਤੇ ਉਹਨਾਂ ਦੇ SGPC ਦੇ ਆਗਿਆ ਦੇ ਹਿਸਾਬ ਨਾਲ ਕੀਤਾ ਜੀ। ਬੜੇ ਰੋਲੇ ਪਾਏ ਇਹਨਾਂ ਨੇ। ਦਲਮੇਗ ਸਿੰਘ ਉਦੋਂ ਮੁੱਖ ਸਕੱਤਰ ਹੁੰਦਾ ਬਿਲਕੁਲ ਸੀਗਾ, ਉਹ ਇੱਕਦਮ ਟਿਕਟ ਲੈ ਕੇ ਨਾਲ ਉਹਦੇ 2 ਹੋਰ ਅਸਿਸਟੈਂਟ ਆਏ ਤੇ ਉਹ ਆਏ ਤੇ ਉਹਨਾਂ ਨੇ ਸਾਰੇ ਸਰੂਪ ਚੈੱਕ ਕੀਤੇ। ਅਸੀਂ ਸਾਰਾ ਉਹਨਾਂ ਨੂੰ ਕਾਊਂਟ ਦਿੱਤਾ ਵੀ ਇੰਨੇ ਸਰੂਪ ਆਏ, ਇੱਥੇ ਅਸੀਂ ਰੱਖੇ, ਇੱਥੇ ਗੁਰਦੁਆਰਿਆਂ ਨੂੰ ਦਿੱਤੇ। ਸੋ ਕੋਈ ਉੱਥੇ ਬੇਦਬੀ ਨਹੀਂ ਹੋਈ ਸਾਡੇ। ਨਾ ਜਿਹੜੀ ਚੀਜ਼ ਦਾ ਰੌਲਾ ਪਿਆ ਕਿ ਪੋਰਟ ਦੇ ਉੱਤੇ ਆ ਕੇ ਬੱਸ ਮਹੀਨਾ 2 ਮਹੀਨੇ ਖੜੀ ਰਹੀ, ਕਿੰਨੇ ਦਿਨਾਂ ਤੋਂ ਬਾਅਦ ਉਹ ਕਸਟਮ ਕਲੀਅਰ ਕਰਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਬੱਸ ਸਮੇਤ ਤੁਸੀਂ ਲੈ ਆਏ ਸੀ? 7 ਦਿਨ ਤੋਂ ਬਾਅਦ ਡੈਮਰੇਜ ਪੈਣਾ ਸ਼ੁਰੂ ਹੋ ਜਾਂਦਾ। ਅੱਛਾ ਜੀ। ਤੇ 2 ਦਿਨਾਂ ਦੇ ਬਾਅਦ ਕਸਟਮ ਕਲੀਅਰ ਹੋ ਗਈ ਸੀਗੀ ਤੇ ਅਸੀਂ ਇੱਥੇ ਲੈ ਆਂਦੀ ਸੀਗੀ। ਪ੍ਰੋਸੈਸ ਹੈਗਾ ਇਸ ਕੰਟਰੀ ਦੇ ਵਿੱਚ ਕਿ ਜਦੋਂ ਕੋਈ ਸ਼ਿਪ ਆਂਦਾ ਚੀਜ਼ ਸ਼ਿਪ ਆਂਦਾ ਤੇ ਉਸ ਤੋਂ ਬਾਅਦ ਉਹ ਕਸਟਮ ਕਲੀਅਰ ਕਰਕੇ ਤਾਂ ਅਸੀਂ ਉਹਦੀ ਡਿਲੀਵਰੀ ਲੈ ਸਕਦੇ ਹਾਂ। ਇਸ ਬੱਸ ਬਾਰੇ ਉਹਨਾਂ ਨੇ ਮੇਰੇ ਖਿਆਲ 2 ਵਰਕਿੰਗ ਡੇ ਵੀ 2 ਤੋਂ ਬਾਅਦ ਨਹੀਂ ਲੱਗੇ ਕਸਟਮ ਕਲੀਅਰ ਕਰਦੇ। ਅੱਛਾ, ਉਹਦੇ ਵਿੱਚ ਕਿੰਨੇ ਸਰੂਪ ਆਏ ਸੀ? ਮੇਰੇ ਖਿਆਲ 440 ਸੀਗੇ, ਮੈਨੂੰ ਹੁਣ ਜਦ ਤੱਕ ਯਾਦ ਹੈ ਐਗਜ਼ੈਕਟਲੀ ਚੇਤਾ ਨਹੀਂ। 424 ਜਾਂ 440 ਕੋਈ ਇਦਾਂ ਦੀ ਗੱਲ ਸੀਗੀ, ਮੈਨੂੰ ਹੁਣ ਪੂਰਾ ਨਹੀਂ ਸ਼ਾਇਦ। ਅੱਛਾ ਜੀ। ਅੱਛਾ, ਮੈਨੂੰ ਹੁਣ ਇਹ ਦੱਸੋ, ਜਦੋਂ ਤੁਸੀਂ ਉਹ ਭਾਵੇਂ 440 ਸੀ ਭਾਵੇਂ 424 ਸੀ, ਉਹ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉੱਥੋਂ ਲਿਆਂਦੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਿਧਾਨ ਹੈ ਕਿ ਗੁਰੂ ਗ੍ਰੰਥ ਸਾਹਿਬ ਕਿਵੇਂ ਦਿੱਤੇ ਜਾਣੇ ਨੇ, ਕਿਹਨੂੰ ਦਿੱਤੇ ਜਾਣੇ ਨੇ, ਕਿਹੜੇ ਡਿਪਾਰਟਮੈਂਟ ਦੇ ਵਿੱਚੋਂ, ਫਿਰ ਅਗਲੇ ਡਿਪਾਰਟਮੈਂਟ, ਫਿਰ ਅਗਲੇ ਡਿਪਾਰਟਮੈਂਟ, ਫਿਰ ਵਿੱਚ ਉਹ ਕਹਿੰਦੇ ਨੇ ਠੀਕ ਹੈ ਕਿ ਜੇਕਰ ਉਸ ਥਾਂ ਤੇ ਸਰੂਪ ਜਾਣੇ ਨੇ ਉੱਥੇ ਮਰਿਆਦਾ ਬਕਾਇਦਾ ਤੌਰ ਤੇ ਹੋਣੀ ਚਾਹੀਦੀ। ਕੀ ਸਾਰਾ ਉਹ ਪ੍ਰੋਸੈਸ SGPC ਨੇ ਫੋਲੋ ਕੀਤਾ ਸੀ? SGPC ਬੜੇ ਸਿਆਣੇ ਬੰਦੇ ਨੇ ਜੀ। ਉਹਨਾਂ ਨੇ ਸਾਰਾ ਪ੍ਰੋਸੈਸ ਚੰਗੀ ਤਰ੍ਹਾਂ ਫੋਲੋ ਕੀਤਾ। ਬੱਸ ਉਹਨਾਂ ਦੀ ਆਪਣੀ ਸੀਗੀ, ਉਹਨਾਂ ਨੇ ਬੱਸ ਬਣਾਈ ਹੋਈ ਸੀਗੀ, ਉਸੇ ਬੱਸ 'ਚ ਸਰੂਪ ਸਾਰੇ ਪਾਸੇ ਜਾਂਦੇ ਸੀਗੇ। ਸਾਡੇ ਕੋਲ ਉਸ ਤੋਂ ਪਹਿਲੇ ਆ ਕੇ SGPC ਚੈੱਕ ਕਰ ਚੁੱਕੀ ਸੀ ਵੀ ਸਾਡਾ ਜਿਹੜਾ ਸੱਚਖੰਡ ਹੈਗਾ ਉਹ ਪ੍ਰੋਪਰ ਬਣਿਆ ਹੋਇਆ। ਅੱਛਾ ਜੀ। ਉਹ ਅਸੀਂ SGPC ਪ੍ਰਵਾਨ ਕਰ ਚੁੱਕੇ ਸੀ ਪਹਿਲੇ ਉਸ ਤੋਂ। ਉਹ ਤਾਂ ਕਈ ਸਾਲ ਪਹਿਲੇ ਪ੍ਰਵਾਨ ਕਰ ਚੁੱਕੇ ਸੀ, ਕਿਉਂ ਕਰਕੇ ਅਸੀਂ ਜਦੋਂ ਕੰਟੇਨਰ ਵੀ ਮੰਗਾਉਂਦੇ ਸੀ ਉਦੋਂ ਵੀ ਅਸੀਂ ਸੇਮ ਸੱਚਖੰਡ ਯੂਜ਼ ਕਰਦੇ ਸੀਗੇ। ਅੱਛਾ ਜੀ। ਤੇ ਹੁਣ ਜਿਹੜੀ ਆਹ ਸਮੱਸਿਆ ਸਭ ਤੋਂ ਵੱਡੀ ਆ ਖਲੋਤੀ ਹੈ, ਬਹੁਤ ਸਾਰੇ ਦਰਸ਼ਕਾਂ ਦੇ ਸਵਾਲ ਇਹ ਨੇ ਕਿ ਸਰੂਪ ਛਾਪੇ ਕਿਉਂ? ਦੂਸਰੇ ਸਵਾਲ ਇਹ ਨੇ ਕਿ ਸਰੂਪ ਛਾਪਣ ਦੀ ਨੌਬਤ ਕਿਉਂ ਆ ਗਈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਸਰੂਪਾਂ ਦੀ ਕੈਨੇਡਾ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਲੋਕਾਂ ਨੂੰ ਜ਼ਰੂਰਤ ਹੈ। ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਕੀ 440 ਜਾਂ 424 ਆਏ ਸੀ, ਇੰਨੀ ਵੱਡੀ ਗਿਣਤੀ ਦੇ ਵਿੱਚ ਇੱਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੀ ਡਿਮਾਂਡ ਹੈ ਜੀ? ਪਹਿਲਾਂ ਤਾਂ ਦੱਸੋ। 2 ਸਾਲਾਂ ਦੇ ਵਿੱਚ ਜੀ ਸਾਡੇ ਕੋਲ ਖਤਮ ਹੋ ਗਏ ਸੀਗੇ। ਉਹ ਕਿਵੇਂ ਜੀ? ਮਤਲਬ ਸੰਗਤ ਲੈ ਕੇ ਗਈ ਹੈਗੀ, ਗੁਰਦੁਆਰੇ ਲੈ ਕੇ ਗਏ ਨੇ। ਖਤਮ ਤਾਂ ਹੀ ਹੋਣਾ ਵੀ ਜੇ ਕਿੰਨਾ ਆਪਣਾ ਕੋਈ ਸੰਗਤਾਂ ਨੇ ਲੈ ਕੇ ਗਏ ਨੇ ਤੇ ਕੋਈ ਗੁਰਦੁਆਰੇ ਵਾਲੇ ਲੈ ਕੇ ਗਏ ਨੇ। ਸੋ 2016 ਤੋਂ ਫਿਰ ਸਾਡੇ ਕੋਲ ਜਦੋਂ ਵੀ ਕੋਈ ਆਂਦਾ ਸੀਗਾ ਅਸੀਂ ਦੇ ਨਹੀਂ ਸੀ ਸਕਦੇ। ਅੱਛਾ, ਡਿਮਾਂਡ ਆਉਂਦੀ ਸੀ ਪਰ ਤੁਹਾਡੇ ਕੋਲ ਸਰੂਪ ਨਹੀਂ ਸੀ? ਨਹੀਂ ਸੀ ਹੈਗੇ। ਤੇ
ਇਸ ਤਰ੍ਹਾਂ ਹੈਗਾ ਕਿ ਰਹਿਤ ਮਰਿਆਦਾ ਦੇ ਵਿੱਚ ਹਰ ਇੱਕ ਸਿੱਖ ਨੂੰ ਇਹ ਆਦੇਸ਼ ਹੈਗਾ ਜੀ। ਕਿ ਤੁਸੀਂ ਆਪਣੇ ਘਰ ਪ੍ਰਕਾਸ਼ ਕਰੋ, ਜਿਹੜਾ ਅਫੋਰਡ ਕਰ ਸਕਦਾ, ਜੀ। ਜਿਹੜਾ ਮਰਿਆਦਾ ਨੂੰ ਫਾਲੋ ਕਰ ਸਕਦਾ। ਅਫੋਰਡ ਤੇ ਮਰਿਆਦਾ ਨੂੰ ਫਾਲੋ ਕਰਨੀ ਮੋਰ ਇੰਪੋਰਟੈਂਟ ਹੈਗੀ ਹੈ। ਸੋ ਸਾਡੇ ਘਰ ਪ੍ਰਕਾਸ਼ ਹੈਗਾ, 4 ਮੇਰੇ ਮੁੰਡੇ ਨੇ, ਇੱਕ ਮੇਰੇ ਨਾਲ ਰਹਿੰਦਾ, 3 ਮੁੰਡਿਆਂ ਦੇ ਘਰ ਪ੍ਰਕਾਸ਼ ਹੈ, 3 ਸਿੰਘਾਂ ਦੇ ਘਰ ਪ੍ਰਕਾਸ਼ ਹੈਗਾ। ਜੀ ਜੀ। ਸੋ ਇਹ ਸਾਡੇ ਉੱਥੇ ਮੇਰੀਆਂ ਐਲਏ 'ਚ ਮੇਰੀਆਂ 2 ਭੈਣਾਂ ਰਹਿੰਦੀਆਂ, ਉਹਨਾਂ ਦੇ ਘਰ ਪ੍ਰਕਾਸ਼ ਹੈਗਾ, ਇੱਕ ਮੇਰਾ ਭਰਾ ਰਹਿੰਦਾ, ਉਹਦੇ ਘਰ ਪ੍ਰਕਾਸ਼ ਹੈਗਾ। ਇਹ ਹਰ ਇੱਕ ਦੀ ਆਪਣੀ ਆਪਣੀ ਡਿਫਰੈਂਟ ਵਿਚਾਰਧਾਰਾ ਹੈਗੀ ਹੈ। ਕਈ ਸਮਝਦੇ ਨੇ ਵੀ ਮੱਥਾ ਹੀ ਟੇਕਣਾ ਸੇਵਾ ਹੈਗੀ ਹੈ। ਸੇਵਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨਾ ਸੇਵਾ ਹੈ। ਉਹ ਵੀ ਖੁਦ ਪਾਠ ਕਰੀਏ ਜੀ। ਹਾਂ ਬਿਲਕੁਲ, ਮਤਲਬ ਜਿਹੜਾ ਜਿੰਨੇ ਪਾਠ ਕਰਨਾ ਉਹਨੂੰ ਫਾਇਦਾ ਹੋਣਾ ਹੈ, ਤੇ ਦੂਜੇ ਕੋਲੋਂ ਪਾਠ ਕਰਾਉਣ ਦਾ ਫਾਇਦਾ ਤਾਂ ਹੀ ਹੈਗਾ ਵੀ ਜੇ ਉਹ ਬੰਦਾ ਸੁਣਦਾ ਹੋਵੇ, ਉਹ ਕਰ ਨਾ ਸਕਦਾ ਹੋਵੇ। ਜਿਵੇਂ ਮੈਂ ਹੈਗਾ, ਮੈਂ ਆਪਣਾ ਪਾਠ ਆਪ ਕਰਾਂ, ਸਹਿਜ ਪਾਠ ਮੇਰਾ ਚਾਲੂ ਹੀ ਰਹਿਣਾ ਚਾਹੀਦਾ ਹੈਗਾ। ਵੀ ਇੱਕ ਖਤਮ ਹੋਇਆ, ਦੂਜਾ ਸਟਾਰਟ ਕਰ ਦਿੱਤਾ, ਦੂਜਾ ਫਿਰ ਭੋਗ ਪਿਆ, ਤੀਜਾ ਫਿਰ ਸਟਾਰਟ ਕਰ ਦਿੱਤਾ। ਇਸ ਤਰ੍ਹਾਂ ਹਮੇਸ਼ਾ ਹੀ ਸਿੱਖ ਨੂੰ ਹੈਗਾ ਹਦਾਇਤ ਵੀ ਉਹਦਾ ਸਹਿਜ ਪਾਠ ਚਾਲੂ ਰਵੇ। ਅੱਛਾ, ਹੁਣ ਤੁਸੀਂ ਦੱਸ ਰਹੇ ਹੋ ਕਿ 2016 ਤੋਂ ਬਾਅਦ ਤੁਹਾਡੇ ਕੋਲੇ ਡਿਮਾਂਡ ਆਉਂਦੀ, ਪਰ ਉਸ ਡਿਮਾਂਡ ਨੂੰ ਪੂਰਾ ਕਰਨ ਦੇ ਵਾਸਤੇ ਬਹੁਤ ਸਾਰੇ ਹੋਰ ਵੀ ਗੁਰਦੁਆਰਾ ਸਾਹਿਬ ਨੇ ਇੱਥੇ, ਬਹੁਤ ਸਾਰੀਆਂ ਸੁਸਾਇਟੀਆਂ ਨੇ ਇੱਥੇ, ਸੰਗਤ ਦੇ ਗੁਰਦੁਆਰਾ ਸਾਹਿਬ ਵੀ ਨੇ ਇੱਥੇ। ਹੋ ਸਕਦਾ ਉਹਨਾਂ ਨੇ ਆਪਣੇ ਪੱਧਰ ਤੇ ਯਤਨ ਕੀਤੇ ਜਾਂ ਨਹੀਂ। ਜਿਸ ਦਿਨ ਕਿਸੇ ਦਿਨ ਉਹਨਾਂ ਨਾਲ ਗੱਲਬਾਤ ਕੀਤੀ ਤੇ ਉਹਨਾਂ ਤੋਂ ਪੁੱਛਾਂਗੇ, ਤੁਹਾਨੂੰ ਹੀ ਕਿਉਂ ਲੱਗਿਆ ਕਿ ਆਪਾਂ ਨੂੰ ਹੀ ਇਹ ਸੇਵਾ ਲੈਣੀ ਚਾਹੀਦੀ ਹੈ ਜਾਂ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪਣੇ ਚਾਹੀਦੇ ਨੇ, ਜਦੋਂ ਕਿ ਇਸ ਗੱਲ ਦੀ ਮਨਾਹੀ ਕੀਤੀ ਹੋਈ ਸੀ? ਤੁਹਾਨੂੰ ਕਿਸ ਤੋਂ ਆਗਿਆ ਮਿਲੀ ਜਾਂ ਕਿਸੇ ਨਾਲ ਤੁਸੀਂ ਚਿੱਠੀ ਪੱਤਰ ਵਿਹਾਰ ਕੀਤਾ? 2015 ਦੇ ਵਿੱਚ ਜੀ 2015 ਦੇ ਵਿੱਚ ਮੈਨੂੰ ਪੜ੍ਹਨਾ ਪੈਣਾ, ਤਾਂ ਮੈਨੂੰ ਭੁੱਲ ਜਾਂਦੀਆਂ ਨੇ, ਤਾਂ ਕਿ ਆਪਾਂ ਉਹੀ ਗੱਲ ਕਰਨੀ ਆ ਜਿਹੜੀ ਸਟੀਕ ਹੋਵੇ, ਪੁਖਤਾ ਹੋਵੇ, ਜਿਸ ਤਰੀਕੇ ਨਾਲ ਜਿਹੜੇ ਸਾਲ ਦੇ ਵਿੱਚ ਤੁਹਾਡੀ ਐਸਜੀਪੀਸੀ ਨਾਲ ਜਾਂ ਕਿਸੇ ਹੋਰ ਸੰਬੰਧਿਤ ਧਿਰ ਦੇ ਨਾਲ ਗੱਲਬਾਤ ਹੋਈ। ਦਸੰਬਰ 2010 ਦੇ ਵਿੱਚ ਅੱਛਾ ਜੀ। ਇੱਥੇ ਵਾਈਸ ਪ੍ਰੈਜ਼ੀਡੈਂਟ, ਸੀਨੀਅਰ ਵਾਈਸ ਪ੍ਰੈਜ਼ੀਡੈਂਟ ਵਿਰਕ ਸਾਹਿਬ ਆਏ ਸੀਗੇ। ਅੱਛਾ ਜੀ। ਨਾਲ ਉਹਨਾਂ ਦੇ ਇੱਕ ਸੀਗਾ ਹੋਰ ਜੋਗਿੰਦਰ ਸਿੰਘ ਸੈਕਟਰੀ। ਅੱਛਾ ਜੀ। ਉਹ ਧਾਰਮਿਕ ਡਿਪਾਰਟਮੈਂਟ ਦਾ ਸੈਕਟਰੀ ਸੀਗਾ। ਜੀ ਜੀ। ਉਸ ਤੋਂ ਪਹਿਲੇ 2010 ਦੇ ਵਿੱਚ ਅਰਲੀਅਰ 2010 ਸਤੰਬਰ ਨੂੰ, ਮੈਂ ਪਹਿਲੇ ਸ਼ੁਰੂ ਕਰਦਾ, 2010 ਪਹਿਲੇ ਸਤੰਬਰ ਨੂੰ ਐਸਜੀਪੀਸੀ ਨੇ ਅਨਾਉਂਸ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਤਿਕਾਰ ਲਈ ਹਰ ਕੰਟੀਨੈਂਟ 'ਚ ਗੁਰੂ ਗ੍ਰੰਥ ਸਾਹਿਬ ਛਾਪੇ ਜਾਣ। ਅੱਛਾ ਜੀ। ਫਿਰ 2 ਐਪਲੀਕੇਸ਼ਨਾਂ ਗਈਆਂ ਉਹਨਾਂ ਕੋਲ। ਅੱਛਾ ਜੀ। ਇੱਕ ਐਪਲੀਕੇਸ਼ਨ ਗਈ ਨਾਰਥ ਕੈਰੋਲਾਈਨਾ ਤੋਂ, ਇੱਕ ਐਪਲੀਕੇਸ਼ਨ ਗਈ ਖਾਲਸਾ ਸਕੂਲ ਸਰੀ ਤੋਂ। ਅੱਛਾ ਜੀ। 16 ਦਸੰਬਰ ਨੂੰ ਇੱਥੇ ਆਇਓ ਐਸਜੀਪੀਸੀ ਤੋਂ। ਐਸਜੀਪੀਸੀ ਤੋਂ ਵਿਰਕ ਸਾਹਿਬ ਤੇ ਇੱਕ ਬੰਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਇੱਕ ਉਹਨਾਂ ਦਾ ਸੈਕਟਰੀ, ਜਿਹੜਾ ਕਿ ਉਹਨਾਂ ਦਾ ਸੀਗਾ ਸਟਾਫ ਮੈਂਬਰ, ਉਹ ਦੋਨੋਂ ਸੀਗੇ। ਮਹਿਤਾ ਸਾਹਿਬ ਨੇ ਆਣਾ ਸੀ, ਮਹਿਤਾ ਸਾਹਿਬ ਦੀ ਪਲੇਨ ਮਿਸ ਹੋ ਗਿਆ। 16 ਦਸੰਬਰ 2010 ਨੂੰ ਅਸੀਂ 4 ਵਜੇ ਉਹਨਾਂ ਨੂੰ ਪ੍ਰਿੰਟਿੰਗ ਕਰਕੇ ਦਿਖਾਈ। ਅੱਛਾ ਜੀ। ਵੀ ਅਸੀਂ ਪ੍ਰਿੰਟਿੰਗ ਕਰਨ ਲਈ ਆਹ ਮਸ਼ੀਨ ਵਰਤਾਂਗੇ, ਆਹ ਇੰਕ ਵਰਤਾਂਗੇ, ਇੱਦਾਂ ਦਾ ਪੇਪਰ ਵਰਤਾਂਗੇ। ਸਾਡੇ ਕੋਲ ਸਾਫਟ ਕਾਪੀ ਸੀਗੀ। ਅੱਛਾ ਜੀ। ਉਹਨਾਂ ਨੂੰ ਦਿਖਾਉਣ ਦੇ ਵਾਸਤੇ, ਉਹਨਾਂ ਨੂੰ ਦਿਖਾਉਣ ਵਾਸਤੇ, ਤੇ ਅਸੀਂ ਉਹਨਾਂ ਨੂੰ ਥੋੜੇ ਅੰਕ ਛਾਪ ਕੇ ਦਿਖਾਏ ਵੀ ਆਹ ਕੁਆਲਿਟੀ ਹੈਗੀ ਹੈ। ਉਹ ਕੀ ਕਹਿੰਦੇ ਜੀ? ਤੇ ਉਹ ਵਿਰਕ ਸਾਹਿਬ ਬਹੁਤਾ ਬੋਲਦੇ ਨਹੀਂ ਸੀਗੇ, ਤੇ ਉਹ ਪਹਿਲੇ ਨਾਰਥ ਕੈਰੋਲਾਈਨਾ ਗਏ ਸੀਗੇ, ਤੇ ਫਿਰ ਮੁੜ ਕੇ ਅਸੀਂ ਅਖਬਾਰ 'ਚ ਪੜ੍ਹਿਆ ਵੀ ਉਹਨਾਂ ਨੇ ਨਾਰਥ ਕੈਰੋਲਾਈਨਾ ਐਕਸੈਪਟ ਕਰ ਦਿੱਤਾ ਹੈਗਾ। ਅੱਛਾ, ਨਾਰਥ ਕੈਰੋਲਾਈਨਾ ਐਕਸੈਪਟ ਕਰ ਲਿਆ, ਪਰ ਤੁਹਾਨੂੰ ਜਵਾਬ ਕੋਈ ਨਹੀਂ ਦਿੱਤਾ? ਸਾਨੂੰ ਜਾਂ ਨੋ ਕਰ ਦਿੱਤੀ? ਚਲੋ ਬਸ ਅਸੀਂ ਮੰਨ ਲਿੱਤਾ ਵੀ ਠੀਕ ਹੈਗਾ। ਉਸ ਤੋਂ ਬਾਅਦ 2015 ਦੇ ਵਿੱਚ ਇੱਥੇ ਆਏ ਭੌਰ ਸਾਹਿਬ, ਸੁਖਦੇਵ ਸਿੰਘ ਭੌਰ। ਆਹੋ, ਤੇ ਉਹ ਜਨਵਰੀ 2, 3, 4, 5, 6, 7 ਇਸ ਤਰ੍ਹਾਂ ਉੱਥੇ ਖਾਲਸਾ ਸੈਂਟਰ 'ਚ ਕੁਝ ਦਿਨ ਰਹੇ। ਅੱਛਾ ਜੀ। ਤੇ ਉਹਨਾਂ ਨੂੰ ਖਾਲਸਾ ਸੈਂਟਰ ਦੱਸਿਆ, ਜਿੱਥੇ ਕਿ 500 ਬੰਦਿਆਂ ਦਾ ਕੈਪੈਸਿਟੀ ਹੈਗੀ ਆ ਉੱਥੇ ਕੈਂਪ ਸਾਈਟ ਲਾਉਣ ਦੇ। ਅੱਛਾ ਜੀ। ਉੱਥੇ ਵਿੰਟਰ ਕੈਂਪ ਲੱਗਾ ਸੀਗਾ। ਉੱਥੇ ਦੇ ਉਹਨਾਂ ਨੂੰ ਸਾਰੀ ਦੁਬਾਰਾ ਫਿਰ ਬੇਨਤੀ ਕੀਤੀ ਵੀ ਅਸੀਂ ਇਹ ਸੇਵਾ ਕਰਨਾ ਚਾਹੁੰਦੇ ਹਾਂ। ਤੇ 3 ਮਾਰਚ 2015 ਨੂੰ ਮੈਂ ਸੁੱਤਾ ਉੱਠਿਆ ਤੇ ਮੈਨੂੰ ਫੋਨ ਆਣੇ ਸ਼ੁਰੂ ਹੋ ਗਏ। ਕਿੱਥੋਂ ਜੀ? ਮੀਡੀਆ ਦੇ। ਅੱਛਾ ਜੀ। ਤੇ ਦਿੱਲੀ, ਉਹ ਜਿਹੜਾ ਅੰਮ੍ਰਿਤਸਰ ਹੈ, ਉਹ ਮੇਰੇ ਤੋਂ 12 ਘੰਟੇ ਅੱਗੇ ਸੀਗਾ ਜੀ। ਤੇ ਉੱਥੇ ਐਸਜੀਪੀਸੀ ਨੇ ਯੂਨੈਨਿਮਸਲੀ ਪਾਸ ਕਰ ਦਿੱਤਾ ਵੀ ਉਹ ਸਰੀ ਖਾਲਸਾ ਸਕੂਲ ਦੇ ਵਿੱਚ ਛਾਪਣਗੇ। ਅੱਛਾ। ਉਦੋਂ 2010 ਤੋਂ 15 ਪ੍ਰਧਾਨ ਕੌਣ ਸੀ ਜੀ?
ਮੱਕੜ ਸਾਹਿਬ। ਅੱਛਾ ਜੀ। ਤੇ ਉਹ 10 ਤੋਂ 15 ਤੱਕ ਉਹਨਾਂ ਨੇ ਡੱਕਾ ਨਹੀਂ ਤੋੜਿਆ ਨਾਰਥ ਕੈਰੋਲਾਈਨਾ ਵਿੱਚ ਕੋਈ ਤਰੱਕੀ ਕਰਨ ਵਾਸਤੇ, ਵੀ ਗੁਰੂ ਗ੍ਰੰਥ ਸਾਹਿਬ ਛਾਪਣ ਵਾਸਤੇ। ਸੋ 2015 ਅੱਛਾ, ਇਹ ਕੋਈ ਜਾਣਕਾਰੀ ਹੈ ਕਿ ਇਹਨਾਂ ਨੇ ਤਾਂ ਚਲੋ ਐਸਜੀਪੀਸੀ ਨੇ ਡੱਕਾ ਨਹੀਂ ਤੋੜਿਆ, ਕਿ ਨਾਰਥ ਕੈਰੋਲੀਨਾ ਵਾਲਿਆਂ ਨੂੰ ਜੈਸ ਹੋ ਚੁੱਕੀ ਸੀ, ਗ੍ਰੀਨ ਸਿਗਨਲ ਮਿਲ ਚੁੱਕਾ ਸੀ, ਕਿ ਉਹਨਾਂ ਨੇ ਕੋਈ ਗ੍ਰੰਥ ਸਾਹਿਬ ਛਾਪੇ ਜਾਂ ਨਹੀਂ? ਨਹੀਂ ਛਾਪੇ, ਕੁਛ ਨਹੀਂ, ਉੱਥੇ ਸਟਾਰਟ ਹੀ ਕੁਛ ਨਹੀਂ ਹੋਇਆ। ਓਕੇ। ਸੋ ਜਦੋਂ ਉਹਨਾਂ ਨੂੰ ਪਤਾ ਲੱਗ ਗਿਆ 5 ਸਾਲ ਹੋ ਗਏ ਤੇ ਮੱਕੜ ਸਾਹਿਬ ਨੇ ਇਹ ਅਨਾਉਂਸ ਕਰ ਦਿੱਤਾ, ਮੁੜ ਕੇ ਮੀਡੀਆ 'ਚ ਆਇਆ ਤੇ ਉੱਥੇ ਖਬਰਾਂ ਆਈਆਂ, ਇੱਥੋਂ ਮੈਨੂੰ ਟੀਵੀ ਵਾਲਿਆਂ ਦੇ ਫੋਨ ਆਏ। ਅਸੀਂ ਕਿਹਾ ਬੜੀ ਖੁਸ਼ੀ ਦੀ ਗੱਲ ਹੈਗੀ ਹੈ। ਫਿਰ ਮੈਂ ਮੱਕੜ ਸਾਹਿਬ ਨੂੰ ਫੋਨ ਕੀਤਾ, ਉਹ ਕਹਿੰਦਾ ਹਾਂਜੀ ਇਸ ਤੇ ਪਾਸ ਕਰਤਾ ਹੈਗਾ। ਮੈਂ ਕਿਹਾ ਬੜੀ ਖੁਸ਼ੀ ਦੀ ਗੱਲ ਹੈ। ਕਹਿੰਦੇ ਵੀ ਤੁਸੀਂ ਤਿਆਰੀ ਕਰੋ ਤੇ ਅਸੀਂ ਤੁਹਾਨੂੰ ਡੈਲੀਗੇਸ਼ਨ ਭੇਜਦੇ। ਅੱਛਾ। ਅਸੀਂ ਕਿਹਾ ਵੀ ਅਸੀਂ ਤਿਆਰੀ ਕਰਦੇ ਹਾਂ। ਤੇ ਅਸੀਂ ਮਸ਼ੀਨ ਦੇਖੀ ਤੇ ਅਸੀਂ ਪਹਿਲੇ ਤੇ ਨਵੀਂ ਜਗ੍ਹਾ ਬਣ ਸੀ ਕਿ ਪਹਿਲੇ ਆ ਜਾਂ ਥੋੜਾ ਜਿਹਾ ਲਈ ਟੈਂਪਰੇਰੀ ਸੈੱਟ ਕਰਾਂਗੇ, ਮੁੜ ਕੇ ਅਸੀਂ ਨਵੀਂ ਜਗ੍ਹਾ ਵੀ ਬਣਾ ਲਾਂਗੇ। ਤੇ ਅਸੀਂ ਫਿਰ ਮੱਕੜ ਸਾਹਿਬ ਨੂੰ ਕਿਹਾ ਵੀ ਸਾਨੂੰ ਤੁਸੀਂ, ਸਾਡੇ ਕੋਲ ਜਿਹੜੀ PDF ਫਾਈਲ ਹੈ ਉੱਥੇ ਇਹ ਨਹੀਂ ਲਿਖਿਆ ਹੋਇਆ ਵੀ ਇਹ ਜਿਹੜਾ ਗੁਰੂ ਗ੍ਰੰਥ ਸਾਹਿਬ ਹੈਗਾ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੈਗਾ। ਅੱਛਾ। ਤੁਸੀਂ ਸਾਨੂੰ ਆਪਣੀ PDF ਫਾਈਲ ਦਿਓ ਤਾਂ ਕਿ ਅਸੀਂ ਕੋਈ ਗਲਤੀ ਨਾ ਕਰੀਏ ਜੀ। ਉਹਨੇ ਸਾਨੂੰ ਈਮੇਲ ਦੇ ਵਿੱਚ PDF ਫਾਈਲ ਵੀ ਦੇ ਦਿੱਤੀ ਜੀ। ਪੂਰੀ ਤਿਆਰੀ ਸਾਰਾ ਕੁਝ ਅਸੀਂ ਮਤਲਬ ਆਪਣੇ ਵੱਲੋਂ ਕਰ ਲਿੱਤਾ ਤੇ ਪਰ ਉਹ ਫਿਰ ਆਈ ਕੋਈ ਡੈਲੀਗੇਸ਼ਨ ਆਇਆ ਹੀ ਨਹੀਂ ਉਹਨਾਂ ਦਾ। ਨਹੀਂ, ਅੱਛਾ, ਉਹ PDF ਭੇਜਣ ਤੋਂ ਬਾਅਦ, ਸਾਰੀ ਤਿਆਰੀ ਕਰਨ ਤੋਂ ਬਾਅਦ ਇਹ ਗੱਲ ਹੋਈ ਸੀ ਕਿ ਡੈਲੀਗੇਸ਼ਨ ਆ ਕੇ ਸਭ ਕੁਝ ਚੈੱਕ ਕਰੇਗਾ? ਹਾਂ, ਉਹ ਆ ਕੇ ਤੇ ਉਹਨਾਂ ਸਾਰਾ ਕੁਝ ਚੈੱਕ ਕਰਨਾ ਸੀਗਾ, ਅਸੀਂ ਉਸ ਤੋਂ ਪਹਿਲੇ ਤਿਆਰੀ ਕਰਨੀ ਸੀਗੀ। ਤੇ ਪਰ ਫਿਰ ਉਹ ਆਏ, ਕੋਈ ਡੈਲੀਗੇਸ਼ਨ ਨਹੀਂ ਹੈਗਾ। ਹੁਣ ਕੀ ਹੋਇਆ ਜੀ ਸਾਨੂੰ ਪਤਾ ਨਹੀਂ ਹੈਗਾ। ਤੇ ਫਿਰ 2017 ਦੇ ਵਿੱਚ ਜੀ ਸਾਡੇ ਕੋਲ ਇੱਥੇ ਆਏ। ਕੌਣ ਆਇਆ? ਕਿ ਨਾ ਆਪਣਾ GK ਦਿੱਲੀ ਤੋਂ, ਮਨਜੀਤ ਸਿੰਘ GK ਤੇ ਦੂਜੇ ਆਏ ਪਰਮਜੀਤ ਸਿੰਘ ਸਰੋਆ। ਅੱਛਾ ਜੀ। ਉਹ ਆਏ ਉੱਥੋਂ ਦੀ ਬੰਦੂਗੜ ਸਾਹਿਬ ਦਾ, ਉਹ ਪਰਸਨਲ ਸੈਕਟਰੀ ਸੀਗਾ, ਕਿਰਪਾਲ ਸਿੰਘ ਬੰਦੂਗੜ ਸਾਹਿਬ ਨਾਲ ਗੱਲ ਹੋਈ, ਉਹ ਕਹਿੰਦੇ ਮੈਂ ਨਹੀਂ ਆ ਸਕਦਾ ਤੇ GK ਤੇ ਮੇਰਾ ਸੈਕਟਰੀ ਤੁਹਾਡੇ ਕੋਲ ਆਏਗਾ। ਅੱਛਾ। ਅਸੀਂ ਦੋਵਾਂ ਨੂੰ ਕਿਹਾ ਵੀ ਠੀਕ ਹੈਗਾ, ਸਾਡਾ ਪਹਿਲੇ ਸਮਝੌਤਾ ਹੋਇਆ ਸੀਗਾ ਮੱਕੜ ਸਾਹਿਬ ਨਾਲ, ਹੁਣ ਬੰਦੂਗੜ ਸਾਹਿਬ ਨਾਲ ਹੈਗਾ। ਉਹਨਾਂ ਨੇ ਆ ਪੇਪਰ ਸਾਈਨ ਕਰਕੇ ਸਾਡਾ ਐਗਰੀਮੈਂਟ ਬਣਾਇਆ। ਅੱਛਾ ਜੀ। ਤੇ ਉਹਦੀ ਕਾਪੀ ਸਾਡੇ ਕੋਲ ਹੈਗੀ ਹੈ। ਇੱਕ ਕਾਪੀ ਨਾਲ ਲੈ ਗਿਆ ਉਹ GK ਸਾਹਿਬ, ਇੱਕ ਲੈ ਗਿਆ ਪਰਮਜੀਤ ਸਿੰਘ। GK ਸਾਹਿਬ ਜਦੋਂ ਆਏ ਜਾਂ ਪਰਮਜੀਤ ਸਿੰਘ ਹੋਰੀ ਆਏ, ਉਹਨਾਂ ਨੇ ਜਾ ਕੇ ਉਹ ਮੌਕਾ, ਉਹ ਸਥਾਨ, ਉਹ ਮਸ਼ੀਨਰੀ ਸਭ ਕੁਝ ਚੈੱਕ ਕੀਤਾ? ਹਾਂ, ਉਦੋਂ ਫਿਰ ਅਸੀਂ ਉਹਨਾਂ ਨੂੰ ਦਿਖਾਇਆ ਸਾਰਾ ਕੁਝ। ਅੱਛਾ। ਵੀ ਸਾਡੇ ਕੋਲ ਪੂਰੀ ਯੋਗਤਾ ਹੈਗੀ ਹੈ ਛਾਪਣ ਦੀ। ਇਹ ਤੇ ਉਹ ਕਨਵਿੰਸ ਸੀਗੇ ਵੀ ਸਾਡੇ ਵੀ ਮਸ਼ੀਨਰੀ ਵੀ ਅਸੀਂ ਖਰੀਦ ਸਕਦੇ ਹਾਂ, ਅਸੀਂ ਜਗ੍ਹਾ ਵੀ ਦੇ ਸਕਦੇ ਹਾਂ, ਅਸੀਂ ਸਾਰਾ ਕੁਝ ਕਰ ਸਕਦੇ ਹਾਂ। ਐਗਰੀਮੈਂਟ ਇਹ ਸੀਗਾ ਵੀ ਉਹ ਆਉਣਗੇ ਤੇ ਅਸੀਂ ਛਾਪਾਂਗੇ ਤੇ ਫਿਰ ਉਹ ਚਲੇ ਜਾਣਗੇ ਤੇ ਅਸੀਂ ਉਸ ਤੋਂ ਬਾਅਦ ਸੰਗਤਾਂ ਨੂੰ ਸੇਵਾ ਕਰਦੇ ਰਹਾਂਗੇ ਗੁਰੂ ਗ੍ਰੰਥ ਸਾਹਿਬ ਦੀ। ਅੱਛਾ, ਜਦੋਂ ਉਹ ਤੁਹਾਡੇ ਨਾਲ ਇਹ ਇਕਰਾਰਨਾਮਾ ਕਰਕੇ ਚਲੇ ਗਿਆ, ਆ ਤੁਹਾਡੇ ਕੋਲ ਸਾਹਮਣੇ ਪਿਆ ਦਸਤਖਤ ਕਰਕੇ ਚਲੇ ਗਿਆ, ਉਹਦੇ ਤੋਂ ਬਾਅਦ ਕੋਈ ਉਹਦੇ ਵਿੱਚ, ਕਿਉਂਕਿ ਇਹ ਵੀ ਤੁਸੀਂ ਕਾਫੀ ਪੁਰਾਣੀ ਗੱਲ ਦੱਸ ਰਹੇ ਹੋ, ਉਹਦੇ ਤੋਂ ਬਾਅਦ ਕੋਈ ਇਹਦੇ ਵਿੱਚ ਅਪਡੇਟ ਹੁੰਦੀ ਹੈ ਜਾਂ ਫਿਰ ਮਾਮਲਾ ਜਿਉਂਦਾ ਤਿਉਂ ਖੜਾ ਰਹਿੰਦਾ ਜੀ? ਫਿਰ ਕਿੰਨਾ ਆਪਣਾ ਪਹਿਲੇ ਐਗਰੀਮੈਂਟ ਮੱਕੜ ਸਾਹਿਬ ਨੇ ਕੀਤਾ, ਉਹ ਪਾਸ ਕਰਕੇ ਉਹਨਾਂ ਨੇ, ਉਹ ਵੀ ਫਿਰ ਪਤਾ ਨਹੀਂ ਕੀ ਹੋਇਆ। ਫਿਰ ਇਹ ਅਸੀਂ ਤੇ ਜਥੇਦਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਭਾਈ ਤੁਸੀਂ ਇਹ ਦੱਸੋ ਵੀ ਇਹਨਾਂ ਨੇ ਆਪ ਹੀ ਅਨਾਉਂਸ ਕੀਤਾ ਵੀ ਅਸੀਂ ਛਾਪਣੇ ਨੇ, ਅਸੀਂ ਇਹਨਾਂ ਨੂੰ ਪ੍ਰਪੋਜ਼ਲਾਂ ਇਹਨਾਂ ਦੀਆਂ ਮੰਨਦੇ ਰਹੇ, ਦਿੰਦੇ ਰਹੇ, ਇਹਨਾਂ ਨੂੰ ਜਗ੍ਹਾ ਦਿਖਾਉਂਦੇ ਰਹੇ। ਪਹਿਲੀ ਸਾਡੀ ਪ੍ਰਪੋਜ਼ਲ ਸੀਗੀ ਉੱਥੇ ਖਾਲਸਾ ਸੈਂਟਰ 'ਚ, ਦੂਜੀ ਫਿਰ ਅਸੀਂ ਇੱਥੇ ਖਾਲਸਾ ਸਕੂਲ ਹੀ ਕਿਹਾ ਵੀ ਇੱਥੇ ਸਾਨੂੰ ਆਸਾਨ ਜ਼ਿਆਦਾ ਰਹਿਣਾ ਹੈਗਾ, ਇੱਥੇ ਸੱਚਖੰਡ ਹੈਗਾ। ਉਹ ਕਹਿੰਦੇ ਵੀ ਹਾਂ ਇਹ ਉਸ ਤੋਂ ਵੀ ਬੈਟਰ ਹੈਗਾ ਇੱਥੇ। ਆਪਾਂ ਫਿਰ ਅਸੀਂ ਐਗਰੀਮੈਂਟ ਆ ਕੀਤਾ ਇੱਥੇ ਸਰੀ ਦਾ ਸੀਗਾ 2017 ਦਾ ਜੀ। ਸੋ ਮੱਕੜ ਸਾਹਿਬ, ਆਪਾਂ ਮੱਕੜ ਸਾਹਿਬ ਹੋਰਾਂ ਨੇ ਵੀ ਤੁਹਾਨੂੰ ਦਿੱਤੀ ਤੇ ਤੁਹਾਨੂੰ ਬੰਡੂਗਰ ਸਾਹਿਬ ਹੋਰਾਂ ਤੋਂ ਵੀ ਗ੍ਰੀਨ ਸਿਗਨਲ ਮਿਲਿਆ, ਮਨਜੀਤ ਸਿੰਘ GK ਹੋਰੀ ਵੀ ਆਏ। ਇਹ ਸਾਰੀ ਗੱਲਬਾਤ ਤੋਂ ਬਾਅਦ ਅਗਲਾ ਮੋੜ ਕੀ ਆਉਂਦਾ ਮਲਕ ਸਾਹਿਬ, ਆਪਾਂ ਗੱਲਬਾਤ ਕਰਾਂਗੇ। ਦੋਸਤੋ, ਇਸ ਵਕਤ ਤੁਸੀਂ ਵੇਖ ਰਹੇ ਹੋ ਸਾਂਝਾ TV। ਗੱਲਬਾਤ ਕਾਫੀ ਅਹਿਮ ਚੱਲ ਰਹੀ ਹੈ, ਖਾਸ ਚੱਲ ਰਹੀ ਹੈ, ਉਸ ਵਿਅਕਤੀ ਦੇ ਨਾਲ ਚੱਲ ਰਹੀ ਹੈ ਜਿਨ੍ਹਾਂ ਦੇ ਉੱਤੇ ਇਸ ਵਕਤ ਬਹੁਤ ਸਾਰੇ ਲੋਕ ਇਲਜ਼ਾਮ ਲਾ ਰਹੇ ਹੈ ਕਿ ਉਹਨਾਂ ਨੇ ਬਗੈਰ ਕਿਸੇ ਸੰਸਥਾ ਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕੋਈ ਪ੍ਰਵਾਨਗੀ ਲਈ ਨਹੀਂ, ਗੁਰੂ ਗ੍ਰੰਥ ਸਾਹਿਬ ਛਾਪ ਵੀ ਦਿੱਤੇ ਅਤੇ ਬਹੁਤ ਸਾਰੀ ਸੰਗਤ ਦੇ ਵਿੱਚ ਉਹ ਡਿਸਟ੍ਰੀਬਿਊਟ ਵੀ ਕਰ ਦਿੱਤੇ। ਉਹ ਕੀ ਦੱਸ ਰਹੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਪੱਖ ਕੀ ਹੈ, ਇਹ ਸਾਰੀ ਗੱਲਬਾਤ ਕੁਝ ਪਲਾਂ ਬਾਅਦ ਇਸ ਬ੍ਰੇਕ ਤੋਂ ਬਾਅਦ ਹੋਰ।
ਸਵਾਲਾਂ ਦੀ ਹੋਵੇਗੀ ਤਿੱਖੀ ਧਾਰ ਹਰ ਸੋਮਵਾਰ ਤੋਂ ਸ਼ੁੱਕਰਵਾਰ। ਲੀਡਰ ਵੱਡਾ ਹੋਵੇ ਜਾਂ ਛੋਟਾ, ਮਸਲੇ ਮੁੱਦੇ ਸੁੱਟਾਂਗੇ ਰਾੜ ਤੇ ਖਬਰਾਂ ਦੀ ਕਰਿਆ ਕਰਾਂਗੇ ਚੀਰ ਫਾੜ। ਸਾਂਝਾ ਟੀਵੀ ਤੇ ਰਿਹਾ ਕਰੇਗੀ ਸਾਂਝ ਬਰਕਰਾਰ ਹਰ ਸੋਮਵਾਰ ਤੋਂ ਸ਼ੁੱਕਰਵਾਰ। ਜ਼ਰੂਰ ਦੇਖਿਆ ਕਰਿਓ ਪ੍ਰਾਈਮ ਟਾਈਮ ਵਿਦ ਬੈਨੀਪਾਲ। ਇਸ ਵਕਤ ਤੁਸੀਂ ਸਾਂਝਾ ਟੀਵੀ ਦੇਖ ਰਹੇ ਹੋ ਪ੍ਰਾਈਮ ਟਾਈਮ ਵਿਦ ਬੈਨੀਪਾਲ ਵਿੱਚ ਇੱਕ ਵਾਰ ਫਿਰ ਤੋਂ ਸਵਾਗਤ ਹੈ। ਦੋਸਤੋ, ਬੀਤੇ ਦਿਨਾਂ ਦੇ ਚੱਲ ਰਹੇ ਭਖ ਰਹੇ ਇੱਕ ਮਸਲੇ ਦੇ ਉੱਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਕਿਉਂ ਛਾਪੇ ਗਏ, ਕਿ ਵਾਕਈ ਕੋਈ ਮਨਜ਼ੂਰੀ ਸੀ ਜਾਂ ਮਨਜ਼ੂਰੀ ਮਿਲੀ ਸੀ, ਬਾਅਦ ਦੇ ਵਿੱਚ ਹੱਥ ਪਿੱਛੇ ਖਿੱਚ ਲਏ ਗਏ, ਉਹ ਸਾਰੀਆਂ ਗੱਲਾਂ ਬਾਤਾਂ ਅੱਜ ਰਪਦਮਨ ਸਿੰਘ ਮਲਕ ਹੋਰਾਂ ਦੇ ਨਾਲ ਕੀਤੀਆਂ ਜਾ ਰਹੀਆਂ ਨੇ। ਮਲਕ ਸਾਹਿਬ, ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ ਪਹਿਲਾਂ ਮੱਕੜ ਸਾਹਿਬ ਨੇ, ਫਿਰ ਬੰਡੂਗਰ ਸਾਹਿਬ ਨੇ ਤੁਹਾਨੂੰ ਗ੍ਰੀਨ ਸਿਗਨਲ ਦਿੱਤਾ, ਪਰ ਗੱਲ ਅੱਗੇ ਵਧ ਨਾ ਸਕੀ। ਕਾਰਨ ਕੀ ਸਮਝਦੇ ਹੋ, ਕਿਉਂ ਹਾਂ ਕਰਕੇ ਬਾਅਦ ਦੇ ਵਿੱਚ ਅਪਡੇਟ ਨਹੀਂ ਸੀ ਹੁੰਦੀ? ਸਾਨੂੰ ਕਹਿੰਦੇ ਨੇ ਵੀ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਓਵਰਰੂਲ ਕਰਦਾ ਸੀਗਾ। ਅੱਛਾ, ਸਾਨੂੰ ਇਹ ਦੱਸਿਆ ਜਾਂਦਾ ਸੀਗਾ। ਮੱਕੜ ਸਾਹਿਬ ਨੇ ਵੀ ਦੱਸਿਆ ਸੀਗਾ ਤੇ ਬੰਦੂਗੜ ਸਾਹਿਬ ਨੇ ਬਹੁਤੀ ਗੱਲ ਨਹੀਂ ਕੀਤੀ ਵੀ ਕਿਉਂ ਨਹੀਂ, ਪਰ ਮੱਕੜ ਸਾਹਿਬ ਨੇ ਦੱਸਤਾ ਸੀਗਾ, ਪਰ ਜੀਕੇ ਨੇ ਵੀ ਦੱਸਤਾ ਸੀਗਾ ਅੱਛਾ ਵੀ ਸੁਖਬੀਰ ਸਿੰਘ ਬਾਦਲ ਨਹੀਂ। ਪਰ ਜੇ ਹੁਣ ਉਹਨਾਂ ਨੂੰ, ਇਹਦਾ ਮਤਲਬ ਪਹਿਲਾਂ ਉਹਨਾਂ ਤੋਂ ਪੁੱਛ ਕੇ ਗੱਲ ਨਹੀਂ ਹੋਈ। ਅਸਲ ਦੇ ਵਿੱਚ ਮੈਨੂੰ ਤਾਂ ਲੱਗਦਾ ਪੁੱਛਣ ਦੀ ਵੀ ਲੋੜ ਨਹੀਂ। ਇੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਤੇ ਆਜ਼ਾਦ ਹੁੰਦਾ। ਹੁਣ ਮੈਂ ਬੀਤੇ ਦਿਨਾਂ ਸੁਣ ਰਿਹਾ ਸੀ ਕਿ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਬਲਿਕੇਸ਼ਨ ਬਿਊਰੋ ਦੇ ਵਿੱਚੋਂ ਗੁੰਮ ਹੋਇਆ। ਪਹਿਲਾਂ ਕਹਿੰਦੇ ਸੀ ਅਸੀਂ FIR ਕਰਵਾਵਾਂਗੇ, ਬਾਅਦ ਚ ਕਹਿੰਦੇ ਨਹੀਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਆਜ਼ਾਦ ਹਸਤੀ ਹੈ, ਇਹਦੇ ਵਿੱਚ ਅਸੀਂ ਬਾਹਰੀ ਦਖਲ ਨਹੀਂ ਚਾਹੁੰਦੇ। ਆ ਤਾਂ ਫਿਰ ਸਿੱਧ ਮਸਿੱਧੀ ਬਾਹਰੀ ਦਖਲ ਹੈ। ਮਤਲਬ ਹੈਗਾ, ਜਦੋਂ ਮਨਜੀਤ ਸਿੰਘ ਇੱਥੇ ਆਇਆ ਤੇ ਮਨਜੀਤ ਸਿੰਘ ਉਸ ਤੋਂ ਪਹਿਲੇ ਵੀ ਖਾਲਸਾ ਸਕੂਲ ਦੀ ਹਾਈ ਸਕੂਲ ਦੀ ਓਪਨਿੰਗ ਤੇ ਆ ਚੁੱਕਾ ਸੀਗਾ ਤੇ ਮੈਂ ਉਹਨੂੰ ਸਾਰੀ ਗੱਲ ਦਾ ਪਤਾ ਸੀਗਾ ਵੀ ਮੱਕੜ ਸਾਹਿਬ ਨੇ 3 ਮਾਰਚ ਨੂੰ ਮਤਾ ਪਾਸ ਕੀਤਾ ਤੇ ਫਿਰ ਉਹ ਹੋ ਨਹੀਂ ਸਕਿਆ ਤੇ ਉਹ ਕਹਿੰਦੇ ਵੀ ਨਹੀਂ ਅਸੀਂ ਹੁਣ ਦੁਬਾਰਾ ਕਰਾਂਗੇ ਤੇ ਅਸੀਂ ਹੁਣ ਪੁੱਛ ਕੇ ਆਏ ਹਾਂ ਸੁਖਬੀਰ ਨੂੰ। ਅੱਛਾ ਜੀ ਕੇ ਕਹਿੰਦਾ ਵੀ ਸੁਖਬੀਰ ਨੂੰ ਪੁੱਛ ਕੇ ਆਏ ਹਾਂ ਮਨਜੀਤ ਸਿੰਘ, ਤੇ ਮਨਜੀਤ ਸਿੰਘ ਜੀ ਨੇ ਗੱਲ ਦੱਸੀ। ਅਸੀਂ ਕਿਹਾ ਵੀ ਠੀਕ ਹੈਗਾ ਜੀ, ਅਸੀਂ ਪੁੱਛ ਕੇ ਆਏ ਹੋ ਤੇ ਅਸੀਂ ਫਿਰ ਦੁਬਾਰਾ ਕਰ ਲੈਂਦੇ ਹਾਂ। ਹੁਣ ਵੀ ਇਸ ਤੋਂ ਪਹਿਲੇ ਵੀ ਚਾਹੁੰਦੇ ਸੀਗੇ, ਪਰ ਉਹ ਐਗਰੀਮੈਂਟ ਸਾਈਨ ਵੀ ਕੀਤਾ, ਮਨਜੀਤ ਸਿੰਘ ਨੇ ਵੀ ਸਾਈਨ ਕੀਤਾ, ਬੰਦੂਗੜ ਸਾਹਿਬ ਦੇ ਸੈਕਟਰੀ ਨੇ ਵੀ ਸਾਈਨ ਕੀਤਾ ਤੇ ਉਸ ਤੋਂ ਬਾਅਦ ਫਿਰ ਉਹ ਗੱਲ ਬਣੀ ਨਹੀਂ। ਅੱਛਾ, ਜਿਹੜੀ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਗੱਲਬਾਤ ਕੀਤੀ ਸੀ, ਉਹਦੇ 'ਚ ਕੋਈ ਸ਼ਰਤਾਂ ਵੀ ਨਿਰਧਾਰਤ ਹੋਈਆਂ ਹੋਣਗੀਆਂ ਕਿ ਮਸ਼ੀਨਰੀ ਤੁਸੀਂ ਕਿਹੜੀ ਲਾਓਗੇ, ਤੁਸੀਂ ਥਾਂ ਉੱਥੇ ਕਿਹੜੀ ਦਿਓਗੇ, ਉਹਦੇ ਵਿੱਚ ਕੁਝ ਲਿਖਤ ਪੜਤ ਹੋਈ ਹੋਣੀ ਹੈ? ਹੈਗਾ ਸੀ, ਸਾਰਾ ਕੁਝ ਹੋਇਆ ਸੀ ਜੀ? ਸਾਰਾ ਕੁਝ। ਕੀ ਸ਼ਰਤਾਂ ਸੀ? ਸ਼ਰਤਾਂ ਸੀਗੀਆਂ ਵੀ ਅਸੀਂ ਪ੍ਰੋਵਾਈਡ ਕਰਨਾ ਹੈ ਸਟੋਰੇਜ ਰੂਮ, ਅਸੀਂ ਪ੍ਰੋਵਾਈਡ ਕਰਨਾ ਹੈਗਾ ਪ੍ਰਿੰਟਿੰਗ ਹਾਊਸ, ਅਸੀਂ ਜੇ ਵੱਖਰਾ ਉਸੇ 'ਚ ਜਾਂ ਬਾਈਂਡਿੰਗ ਹੋਵੇ ਤੇ ਫਿਰ ਸੱਚਖੰਡ ਅਸੀਂ ਪ੍ਰੋਵਾਈਡ ਕਰਨਾ ਹੈਗਾ। ਫਿਰ ਅਸੀਂ ਇੱਕ ਬੱਸ ਲਵਾਂਗੇ। ਅੱਛਾ ਜੀ। ਉਸ ਬੱਸ ਤੇ ਅਸੀਂ ਜਿਵੇਂ SGPC ਵਾਲੇ ਛੱਡ ਕੇ ਆਉਂਦੇ ਨੇ, ਉਹ ਬੱਸ ਉਸ ਤਰ੍ਹਾਂ ਦੀ ਸਟਾਈਲ ਦੀ ਬਣੇਗੀ ਕਿਉਂਕਿ ਇਹੋ ਪ੍ਰਵਾਨਿਤ ਸੀਗਾ ਸਟਾਈਲ ਉਹਨਾਂ ਦਾ, ਤੇ ਉਹ ਅਸੀਂ ਲੈ ਕੇ ਬਣਾ ਕੇ ਤੇ ਅਸੀਂ ਛੱਡ ਕੇ ਆਵਾਂਗੇ ਵੱਖਰੇ ਵੱਖਰੇ ਸ਼ਹਿਰਾਂ ਦੇ ਵਿੱਚ। ਸੋ ਇਹ ਸਾਰੀਆਂ ਸ਼ਰਤਾਂ ਸੀਗੀਆਂ। ਤੇ ਫਿਰ ਜਿਹੜੀ ਅਸੀਂ ਸੀਗੀ ਪ੍ਰਿੰਟਿੰਗ, ਜਦੋਂ ਉਹਨਾਂ ਦਾ ਬੰਦਾ ਆਏਗਾ ਉਦੋਂ ਅਸੀਂ ਕਰਕੇ ਤੇ ਬੰਦ ਕਰ ਦਾਂਗੇ। ਫਿਰ ਅਸੀਂ ਉਸ ਤੋਂ ਬਾਅਦ ਆਪਣੇ ਸੱਚਖੰਡ 'ਚ ਰੱਖ ਕੇ ਤੇ ਹੌਲੀ ਹੌਲੀ ਉਹਨਾਂ ਸੰਗਤਾਂ ਤੱਕ ਪਹੁੰਚਾਵਾਂਗੇ। ਪਰ ਹੁਣ ਬੰਦਾ ਕੋਈ ਆਇਆ ਜੀ ਉਹਨਾਂ ਦਾ ਜਿਹੜੀ ਛਾਪੀ? ਨਹੀਂ, ਇਸ ਵਕਤ ਇਹ 2020 ਦੀ ਤੁਸੀਂ ਗੱਲ ਕਰਦੇ ਹੋ, ਉਹ 2017 ਦੀ ਗੱਲ ਹੈਗੀ ਹੈ। ਫਿਰ 2019 ਦੇ ਵਿੱਚ ਅਸੀਂ ਇਹਨਾਂ ਨੂੰ ਕਿਹਾ ਸਾਨੂੰ ਬੱਸ ਦੁਬਾਰਾ ਦਿਓ ਤੁਸੀਂ। ਅੱਛਾ, ਪੰਜਾਬ ਤੋਂ ਫਿਰ ਮਹਾਰਾਜ ਦੇ ਸਰੂਪ ਚਾਹੀਦੇ ਆ ਕਿ ਸਾਨੂੰ ਦੁਬਾਰਾ ਬੱਸ ਭੇਜੋ? ਬੱਸ ਭੇਜੋ। ਇਹਨਾਂ ਨੇ ਇੱਕ ਚਿੱਠੀ ਕੱਢੀ, ਉਹ ਚਿੱਠੀ ਦੀ ਕਾਪੀ ਮੇਰੇ ਕੋਲ ਇੱਥੇ ਨਹੀਂ ਹੈਗੀ, ਵੀ ਤੁਸੀਂ ਹੁਣ ਅਸੀਂ ਬੱਸ ਨਹੀਂ ਭੇਜਦੇ, ਹੁਣ ਅਸੀਂ ਚਾਰਟਰ ਪਲੇਨ ਰਾਹੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਭੇਜਾਂਗੇ। ਅੱਛਾ ਜੀ, ਉਹ ਈਮੇਲ ਹੈ ਜੀ? ਉਹ ਮੇਰੇ ਕੋਲ ਚਿੱਠੀ ਹੈਗੀ ਹੈ, ਪਰ ਇੱਕ ਚਿੱਠੀ ਹੋਰ ਹੈਗੀ ਮੇਰੇ ਕੋਲ। ਅੱਛਾ ਜੀ। ਉਹ ਚਿੱਠੀ ਮੇਰੇ ਦਫ਼ਤਰ ਹੈਗੀ ਹੈ। ਉਹ ਚਿੱਠੀ ਹੈਗੀ ਹੈ ਕਿ 13 ਮਾਰਚ 2020 ਨੂੰ ਇਹਨਾਂ ਨੇ ਕਿਹਾ ਵੀ ਤੁਸੀਂ ਚਾਰਟਰ ਪਲੇਨ ਦਾ ਸਾਰਾ ਖਰਚਾ ਕਰੋ, ਤੇ ਨਾਲ ਇਹਨਾਂ ਨੇ 에ਅਰ ਇੰਡੀਆ ਦਾ ਖਰਚਾ ਲਿਖਿਆ ਇੱਥੇ 3.60 ਕਰੋੜ
ਪਲੱਸ 18% GST ਪਲੱਸ ਅਦਰ ਨਾਨ 에ਅਰਲਾਈਨ ਖਰਚੇ ਜਿਹੜੇ ਹੋਣਗੇ ਉਹ ਸਾਰੇ ਹੋਣਗੇ। ਉਸ ਤੋਂ ਪਹਿਲੇ ਦੀ ਗੱਲ ਹੈਗੀ ਹੈ ਕਿ ਦਸੰਬਰ 2019 25 ਸਾਲਾਂ ਬਾਅਦ ਮੈਂ ਇੰਡੀਆ ਗਿਆ ਸੀਗਾ ਜੀ। ਤੇ ਉੱਥੇ ਮੈਂ ਲੌਂਗੋਵਾਲ ਸਾਹਿਬ ਨੂੰ ਮਿਲਿਆ। ਚੰਗੇ ਲੌਂਗੋਵਾਲ ਸਾਹਿਬ ਸਿਆਣੇ ਬੰਦੇ ਸੀਗੇ। ਉਹਨਾਂ ਨੂੰ ਕਿਹਾ ਵੀ ਤੁਸੀਂ ਕਹਿੰਦੇ ਚਾਰਟਰ ਪਲੇਨ ਤੇ ਲਓ, ਚਾਰਟਰ ਦਾ ਖਰਚਾ ਬੜਾ ਆਏਗਾ ਤੇ ਵੀ ਸਾਨੂੰ ਤੁਸੀਂ ਉੱਥੇ ਹੀ ਛਾਪਣ ਦਿਓ। ਉਹ ਕਹਿੰਦੇ ਵੀ ਉਹ ਸਾਡਾ ਬੌਸ ਮੰਨਦਾ ਨਹੀਂਗਾ ਉੱਥੇ ਤੁਹਾਨੂੰ ਛਾਪਣ ਦੇਣ ਲਈ, ਤੇ ਤੁਸੀਂ ਚਾਰਟਰ ਪਲੇਨ ਤੇ ਹੀ ਲੈ ਕੇ ਜਾਓ। ਚਾਰਟਰ ਪਲੇਨ ਤੇ ਲਿਆਉਣ ਦੇ ਵਿੱਚ ਮੈਨੂੰ ਇਹ ਦੱਸਿਓ, ਜਦੋਂ ਉਹਨਾਂ ਨੇ ਕਿਹਾ ਕਿ 3 ਕਰੋੜ ਤੋਂ ਵੱਧ ਖਰਚ ਹੋਣਾ, ਚਾਰਟਰ ਪਲੇਨ ਦੇ ਲਿਆਉਣ ਦੇ ਵਿੱਚ 4 ਕਰੋੜ 4 ਕਰੋੜ ਤੋਂ ਵੱਧ 3.60 ਪਲੱਸ 18% ਬਣਿਆ ਕੋਈ 65 ਕਰੋੜ ਤੇ ਉਹ 4.5 ਲੱਖ ਪਲੱਸ ਲੌਂਗੋਵਾਲ ਸਾਹਿਬ ਤੇ 10 ਬੰਦੇ ਹੋਰ SGPC ਦੇ ਉਹ ਨਾਲ ਆਉਣਗੇ। ਉਹ ਕਾਹਦੇ ਨਾਲ ਆਉਣਗੇ ਜੀ? ਕਿਉਂ ਕਰਕੇ ਮਹਾਰਾਜ ਦੇ ਸਰੂਪ ਦੀ ਇਹ ਰਿਕੁਆਇਰਮੈਂਟ ਸੀਗੀ ਵੀ ਉਹ ਆਉਣ ਨਾਲ। ਮਤਲਬ ਲੌਂਗੋਵਾਲ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸੀਗੀ ਵੀ ਚਲੋ ਜੇ ਤੁਸੀਂ ਬੰਦੇ ਲੈ ਕੇ ਆਣੇ ਤੇ ਤੁਸੀਂ ਆਪ ਹੀ ਆ ਜਾਓ। ਉਹ ਕਹਿੰਦੇ ਅਸੀਂ ਆਪ ਆ ਜਾਵਾਂਗੇ। ਅੱਛਾ, ਹੁਣ ਜਿਹੜਾ ਇਹ ਚਾਰਟਰ ਪਲੇਨ ਦੇ ਵਿੱਚ ਜੇਕਰ ਤੁਹਾਨੂੰ ਉਹ ਕਹਿੰਦੇ ਨੇ ਕਿ ਚਾਰਟਰ ਪਲੇਨ ਦੇ ਵਿੱਚ ਲੈ ਜਾਓ, ਲਗਭਗ 4 ਕਰੋੜ ਰੁਪਈਆ ਦਾ 4.5 ਕਰੋੜ। ਉਹਦੇ ਵਿੱਚ ਕੀ ਸਮੱਸਿਆ ਸੀ ਜੀ? ਉਹਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਮਰਿਆਦਾ ਦੀ ਉਲੰਘਣਾ ਸੀ? ਕੀ ਕਾਰਨ ਸੀ ਉਹਦੇ ਚ? ਕਈ ਸੀਗੀਆਂ ਗੱਲਾਂ। ਇੱਕ ਤੇ 8.5 ਲੱਖ ਡਾਲਰ ਲੱਗਦਾ ਸੀਗਾ ਤੇ ਉਹ ਟੂ ਮਚ ਕਾਸਟ ਸੀਗੀ ਤੇ ਅਸੀਂ ਉਹੀ ਐਜੂਕੇਸ਼ਨ ਸਕੂਲ ਪੈਸੇ ਲਾਵੇ। ਇੱਕ ਇਹ ਸੀਗਾ ਸਮੱਸਿਆ। ਦੂਜਾ ਸੀਗਾ ਕਿ ਅਸੀਂ ਇੱਥੇ ਕਹਿੰਦੇ ਹਾਂ ਸਾਰਿਆਂ ਬੱਚਿਆਂ ਨੂੰ ਵੀ ਤੁਸੀਂ ਬੈਂਕਟ ਹਾਲ 'ਚ ਮਨਾਹੀ ਅਕਾਲ ਤਖਤ ਸਾਹਿਬ ਵੱਲੋਂ ਵੀ ਮਨਾਹੀ ਹੈ ਕਿ ਬੈਂਕਟ ਹਾਲ ਦੇ ਵਿੱਚ ਮਹਾਰਾਜ ਦਾ ਸਰੂਪ ਲਿਆ ਨਹੀਂ ਜਾ ਸਕਦਾ, ਆਨੰਦ ਕਾਰਜ ਨਹੀਂ ਤੁਸੀਂ ਕਰਾ ਸਕਦੇ। ਠੀਕ ਹੈਗਾ। ਸੋ ਇਹ ਕੰਟਰਾਡਿਕਟ ਕਰਦਾ ਉਸ ਹੁਕਮਨਾਮੇ ਨੂੰ। ਜਿਹੜੀ ਪਲੇਨ ਦੇ ਵਿੱਚ ਅਸੀਂ ਚਾਰਟਰ ਪਲੇਨ ਕਰਾਂਗੇ 에ਅਰ ਇੰਡੀਆ ਦਾ, ਉੱਥੇ ਪਹਿਲੇ ਸ਼ਰਾਬ ਤੇ ਮੀਟ ਸਾਰਾ ਕੁਝ ਪਹਿਲੇ ਵਰਤ ਚੁੱਕਾ ਹੈਗਾ। ਫਿਰ ਉੱਥੇ ਜੇ 10 ਸਾਲ ਪੁਰਾਣਾ ਤੇ 10 ਸਾਲ ਦਾ ਵਰਤੀ ਜਾਂਦਾ ਹੈਗਾ। ਤੇ ਜੇ ਅਸੀਂ ਸਫਾਈ ਕਰਕੇ ਕੋਈ ਸਾਨੂੰ ਸਫਾਈ ਕਰਨੀ ਦੇਣੀ, ਆਪੇ ਹੀ ਸਫਾਈ ਕਰਨੀ 에ਅਰ ਇੰਡੀਆ ਵਾਲਿਆਂ ਨੇ ਤੇ ਸਾਨੂੰ ਤੇ ਹੁਣ ਅੰਦਰ ਉਦੋਂ ਹੀ ਅਸੀਂ ਤੇ ਉੱਥੇ ਹੋਣਾ ਵੀ ਨਹੀਂ ਹੈਗਾ। ਸੋ ਇੱਕ ਤੇ ਇਹ ਸੀਗਾ ਵੀ ਇਹ ਆਪਣਾ ਹੀ ਉਹ ਆਪਣਾ ਕੰਟਰਾਡਿਕਟ ਆਪਣੇ ਆਪ ਨੂੰ ਕਰ ਰਹੇ ਨੇ SGPC ਚਾਰਟਰ ਪਲੇਨ ਤੇ। ਕਾਸਟ ਵੀ ਜ਼ਿਆਦਾ ਸੀਗੀ। ਫਿਰ ਅਸੀਂ ਜਦੋਂ ਮਹਾਰਾਜ ਦਾ ਸਰੂਪ ਸੱਚਖੰਡ ਬਣਾਉਂਦੇ ਹਾਂ ਤੇ ਅਸੀਂ ਉਹਦੇ 'ਚ ਨਵਾਂ ਫੈਬਰਿਕ ਸਾਰਾ ਕੁਝ ਨਵਾਂ, ਜਿਹੜਾ ਸਾਡੇ ਘਰ ਜਿਹੜਾ ਸੁਖਾਸਨ ਰੂਮ ਹੈਗਾ ਉੱਥੇ ਬੈੱਡ ਨਵਾਂ ਹੁੰਦਾ। ਚਾਦਰਾਂ ਅਸੀਂ ਉਹ ਵੱਖਰੀਆਂ ਹੁੰਦੀਆਂ ਨੇ, ਉਹ ਚਾਦਰਾਂ ਸਾਡੀਆਂ ਵਾਲੀਆਂ ਨਹੀਂ ਹੁੰਦੀਆਂ। ਉਹ ਮਹਾਰਾਜ ਚਾਦਰਾਂ ਅਸੀਂ ਵੱਖਰੀਆਂ ਧੋਂਦੇ ਨੇ ਤੇ ਵੱਖਰੀਆਂ ਹੀ ਉਹ ਰੱਖਦੇ ਨੇ। ਤੇ ਉਹਨਾਂ ਸੀਟਾਂ 'ਤੇ ਹੀ ਪਹਿਲੇ ਬੰਦੇ ਬੈਠੇ ਹੋਏ ਸੀਗੇ। ਤੇ ਸੋ ਸਾਨੂੰ ਕਈ ਤਰ੍ਹਾਂ ਦੀਆਂ ਸੀਗੀਆਂ। ਅਸੀਂ ਉਧਰੋਂ ਦੀ ਕੋਵਿਡ ਸ਼ੁਰੂ ਹੋ ਗਿਆ ਜੀ। ਅਸੀਂ ਵਿਹਲੇ ਵੀ ਸੀਗੇ, ਅਸੀਂ ਫੈਡ ਅਪ ਵੀ ਸੀਗੇ SGPC ਤੋਂ। ਅਸੀਂ ਕਿਹਾ ਵੀ ਇਹਨਾਂ ਨੂੰ ਵੀ ਇਹ ਰੀਜ਼ਨੇਬਲ ਨਹੀਂ ਗੱਲ ਕਰਦੇ ਤੇ ਅਸੀਂ ਆਪ ਹੀ ਛਾਪ ਲੈਣੇ। ਅੱਛਾ, ਫਿਰ ਤੁਹਾਨੂੰ ਜਦੋਂ ਕਿਉਂਕਿ ਪ੍ਰਬੰਧ ਪਹਿਲਾਂ ਕਿਹਾ ਹੋਇਆ ਕਿ ਬਾਹਰ ਕਿਸੇ SGPC ਤੋਂ ਬਗੈਰ ਕੋਈ ਮਹਾਰਾਜ ਦੇ ਸਰੂਪ ਛਾਪੇ ਨਹੀਂ ਜਾ ਸਕਦੇ, ਉਹਦੇ ਤੋਂ ਬਾਅਦ 2 ਵਾਰ ਤੁਹਾਨੂੰ ਗ੍ਰੀਨ ਸਿਗਨਲ ਦਿੱਤਾ ਜਾ ਚੁੱਕਾ ਹੈ, ਪਰ ਫਿਰ ਉਹਦੇ 'ਚ ਕੋਈ ਡਿਵੈਲਪਮੈਂਟ ਹੋ ਨਹੀਂ ਰਹੀ। ਪਰ ਜਿਸ ਦਿਨ ਤੁਸੀਂ ਇਹ ਛਾਪਣ ਬਾਰੇ ਸੋਚਿਆ, ਕਿ ਤੁਹਾਨੂੰ ਲੱਗਦਾ ਨਹੀਂ ਸੀ ਕਿ ਇਹ ਬਹੁਤ ਵੱਡੀ ਅਵਗਿਆ ਹੋ ਜੂ, ਇਹਦੇ ਤੇ ਵਿਵਾਦ ਖੜਾ ਹੋ ਜੂ? ਇੱਥੇ ਸਾਨੂੰ ਪਤਾ ਸੀਗਾ ਵੀ ਠੀਕ ਹੈਗਾ। ਅਸੀਂ ਉਹਦੀ ਮਾਫੀ ਵੀ ਮੰਗੀ, ਅੱਜ ਵੀ ਮੰਗ ਲੈਂਦੇ ਉਹਦੀ ਮਾਫੀ। ਪਰ ਇਹ ਹੈਗਾ ਕਿ ਕੋਈ ਹੱਲ ਨਹੀਂ ਹੈਗਾ ਇਹਦਾ ਕੱਢਦੇ। ਚਲੋ ਇਹ ਗੱਲ ਹੋ ਗਈ, ਅਸੀਂ ਸਮਾਨ ਦੇ ਦਿੱਤਾ, ਅਸੀਂ ਪ੍ਰਿੰਟਿੰਗ ਪ੍ਰੈਸ ਵੀ ਦੇ ਦਿੱਤੀ, ਵੀ ਅੱਗੋਂ ਲਈ ਕੀ ਹੱਲ ਹੈਗਾ? ਮੈਂ ਤਾਂ ਚਲੋ 73 ਹੈਗਾ, ਪਤਾ ਨਹੀਂ ਕਿੰਨੇ ਦਿਨ ਹੈਗਾ ਹੋਰ। ਬਾਅਦ 'ਚ ਨੈਕਸਟ ਜਨਰੇਸ਼ਨ ਲਈ ਕੀ ਹੱਲ ਹੈਗਾ? SGPC ਨੂੰ ਤੇ ਜਥੇਦਾਰ ਸਾਹਿਬ ਨੂੰ ਇਹਦੇ ਬਾਰੇ ਕੁਝ ਕਰਨਾ ਪੈਣਾ ਹੈਗਾ। ਕੋਈ ਹੋਰ ਹੱਲ ਨਹੀਂ ਹੈਗਾ। 2010 ਦੇ ਵਿੱਚ ਸੈਪਟੈਂਬਰ ਦੇ ਵਿੱਚ SGPC ਨੇ ਅਨਾਉਂਸ ਕੀਤਾ 11 ਸਤੰਬਰ 2020, ਅੱਜ ਤੋਂ 2 ਦਿਨ ਪਹਿਲੇ ਜਥੇਦਾਰ ਅਕਾਲ ਤਖਤ ਨੇ ਅਨਾਉਂਸ ਕੀਤਾ ਵੀ ਹਰ ਕੰਟੀਨੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਛਾਪਣੇ ਚਾਹੀਦੇ ਨੇ।
ਜਥੇਦਾਰ ਵੀ ਮੰਨਦਾ, SGPC ਵੀ, ਜਥੇਦਾਰ ਸਾਹਿਬ ਚਲੋ ਸਾਨੂੰ ਕਹਿਣਾ ਚਾਹੀਦਾ ਸਤਿਕਾਰਯੋਗ ਨੇ, ਉਹ ਵੀ ਮੰਨਦੇ ਨੇ, SGPC ਵੀ ਮੰਨਦਾ। ਅਸੀਂ ਅਕਾਲ ਤਖਤ ਤੇ SGPC ਨੂੰ ਹਮੇਸ਼ਾ ਰਿਸਪੈਕਟਫੁਲ ਰਹੇ ਹੈਗੇ ਹਾਂ, ਅੱਗੋਂ ਵੀ ਅਸੀਂ ਰਿਸਪੈਕਟਫੁਲ ਰਹਿਣਾ ਹੈਗਾ। ਜਿਹੜੇ ਇੱਥੇ ਰੌਲਾ ਪਾਉਂਦੇ ਨੇ, ਉਹਨਾਂ ਨੇ ਜਦੋਂ ਬੱਸ ਆਈ ਤਾਂ ਰੌਲਾ ਪਾਉਣਾ, ਜਦੋਂ ਪਲੇਨ ਆਇਆ ਤਾਂ ਰੌਲਾ ਪਾਉਣਾ, ਜੇ ਇੱਥੇ ਛਾਪੇ ਤਾਂ ਰੌਲਾ ਪਾਉਣਾ, ਉਹਨਾਂ ਨੂੰ ਸੇਵਾ ਹੀ ਰੌਲਾ ਪਾਉਣ ਦੀ ਮਿਲੀ ਹੈਗੀ ਹੈ। ਸਾਡੇ ਵਿੱਚੋਂ ਬਹੁਤੇ ਤਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਜਥੇਦਾਰ ਹੀ ਨਹੀਂ ਮੰਨਦੇ ਨਾ, ਜਿਹੜੇ ਰੌਲਾ ਪਾਉਂਦੇ ਨੇ ਉਹ ਤੇ ਜਥੇਦਾਰ ਮੰਨਦੇ ਨਹੀਂ, ਅਸੀਂ ਤਾਂ ਮੰਨਦੇ ਜਥੇਦਾਰ ਨੂੰ। ਜਿਹੜਾ ਰੌਲਾ ਪਾਉਂਦੇ ਨੇ ਉਹ ਤੇ ਮੰਨਦੇ ਨਹੀਂ ਗਏ। 2019 ਦੇ ਵਿੱਚ ਮੈਂ ਜਥੇਦਾਰ ਸਾਹਿਬ ਨੂੰ ਫੋਨ ਕੀਤਾ, ਉਹ ਕਹਿੰਦੇ ਮਿਲ ਤੂੰ। ਮੈਨੂੰ ਪਤਾ ਲੱਗ ਗਿਆ ਉਹਨਾਂ ਸੈਕਟਰੀ ਕੋਲੋਂ ਵੀ ਉਹ ਕਹਿੰਦੇ ਨੇ ਵੀ ਸਾਨੂੰ ਤੁਸੀਂ ਉੱਥੇ ਸਪਾਂਸਰ ਕਰੋ। ਅੱਛਾ ਜੀ। ਅਸੀਂ ਸਪਾਂਸਰ ਕਰਨ ਲਈ ਤਿਆਰ ਸੀਗੇ। ਖਾਲਸਾ ਸਕੂਲ ਉਹਨਾਂ ਨੂੰ ਇਨਵਾਈਟ ਕਰਨ ਲਈ ਤਿਆਰ ਸੀਗਾ। ਅਸੀਂ ਇੱਕੋ ਗੱਲ ਤੇ ਡਰਦੇ ਸੀਗੇ ਵੀ ਜਿਹੜੇ ਰੌਲਾ ਪਾਉਣ ਵਾਲੇ ਨੇ, ਇਹਨਾਂ ਨੂੰ ਤਾਂ ਇੱਕ ਮੌਕਾ ਚਾਹੀਦਾ ਵੀ ਰੌਲਾ ਪਾਉਣ ਦਾ। ਉਹਨਾਂ ਨੇ ਉਦੋਂ ਕਹਿਣਾ ਸੀ ਇਹ ਬਾਦਲ ਦਾ ਬੰਦਾ ਹੈਗਾ, ਹੁਣ ਉਹ ਉਹਨਾਂ ਦੇ ਹੱਕ 'ਚ ਆ ਗਿਆ ਤੇ ਉਹ ਜਥੇਦਾਰ ਨੂੰ ਮੰਨਦੇ ਨੇ। ਉਹ ਤੇ ਜਥੇਦਾਰ ਨੂੰ ਤਾਂ ਮੰਨਦੇ ਵੀ ਜੇ ਉਹਨਾਂ ਨੂੰ ਸੂਤ ਆ ਜਾਵੇ, ਨਹੀਂ ਤੇ ਮੰਨਦੇ ਨਹੀਂ ਹੈਗੇ। ਅੱਛਾ, ਹੁਣ ਮੈਨੂੰ ਇਹ ਦੱਸਿਓ, ਜਿਹੜੀ ਉਹ ਪ੍ਰਿੰਟਿੰਗ ਪ੍ਰੈਸ ਸੀ, ਜਿਹੜੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਵਨ ਸਰੂਪ ਛਾਪੇ ਗਏ ਸੀ, ਉਹ ਸਾਰੇ ਦੇ ਸਾਰੇ ਗੁਰਦੁਆਰਾ ਸਾਹਿਬ ਤੁਸੀਂ ਪਹੁੰਚਾ ਦਿੱਤੇ ਹੈ? ਸਾਰੇ ਦੇ ਸਾਰੇ ਪਹੁੰਚਾ ਦਿੱਤੇ ਹੈ ਜਾਂ ਨਹੀਂ? ਜਿੰਨੇ ਸਾਡੇ ਕੋਲ ਸੀਗੇ ਜੀ, ਕੁਝ ਅਸੀਂ 61 ਛਾਪੇ ਸੀਗੇ, ਕੁਝ ਅਸੀਂ ਪਹਿਲੇ ਦੇ ਚੁੱਕੇ ਸੀ ਸੰਗਤਾਂ ਨੂੰ। ਅੱਛਾ, ਦਿੱਤੇ ਜਾ ਚੁੱਕੇ ਸੀਗੇ। ਸਾਡੇ ਕੋਲ ਸਾਰਾ ਹਿਸਾਬ ਹੈਗਾ ਵੀ ਕਿਹੜਾ ਕਿਹਨੂੰ ਦਿੱਤਾ। ਅਸੀਂ ਉਹ ਫਾਰਮ ਇੱਕ ਸਾਈਨ ਕਰਾਉਂਦੇ ਹਾਂ। ਅੱਛਾ ਜੀ। ਤੇ ਉੱਥੇ ਲਿਖਿਆ ਹੁੰਦਾ ਵੀ ਮੈਂ ਕੇਅਰ ਟੇਕਰ ਹੈਗਾ ਗੁਰੂ ਗ੍ਰੰਥ ਸਾਹਿਬ ਦਾ। ਅੱਛਾ ਜੀ। ਤੇ 5 ਬੰਦੇ ਬਕਾਇਦਾ ਲੈਣ ਆਉਂਦੇ ਨੇ ਗੁਰੂ ਗ੍ਰੰਥ ਸਾਹਿਬ, ਤਾਂ ਦਿੰਦੇ ਆ। ਫਿਰ ਉਹ ਕਹਿੰਦੇ ਨੇ ਵੀ ਸਾਡੇ ਕੋਲ ਇੱਕ ਕਮਰਾ ਹੈਗਾ, ਸਾਡੇ ਕੋਲ ਉਸ ਕਮਰੇ 'ਚ ਅਸੀਂ ਸੁਖਾਸਨ ਵੀ ਕਰ ਸਕਦੇ ਹਾਂ। ਉਹ ਸਾਰੀਆਂ ਗੱਲਾਂ ਅਸੀਂ ਕਰਕੇ ਤੇ ਤਾਂ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਦਾ ਸਰੂਪ। ਅੱਛਾ, ਇੱਕ ਹੁਣ ਮਲਕ ਸਾਹਿਬ ਇੱਕ ਹੋਰ ਦੱਸੋ ਮੈਨੂੰ ਗੱਲ, ਜਦੋਂ ਆ ਵਿਵਾਦ ਹੋ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਵੱਲੋਂ ਹੁਕਮਨਾਮਾ ਸਾਹਿਬ ਆ ਗਿਆ, ਤੁਸੀਂ ਉਹਦੀ ਰਿਸਪੈਕਟ ਵੀ ਕੀਤੀ ਹੈ, ਤੁਸੀਂ ਜੋ ਜੋ ਹੁਕਮ ਸੁਣਾਇਆ ਉਹ ਮੰਨ ਵੀ ਲਿਆ, ਹੁਣ ਮਾਮਲਾ ਹਾਲੇ ਉੱਥੇ ਦਾ ਉੱਥੇ ਹੀ ਖੜਾ ਹੈ। ਤੁਸੀਂ ਜਿਵੇਂ ਦੱਸ ਰਹੇ ਹੋ ਕਿ ਉਹ ਆਖ ਰਹੇ ਨੇ 11 ਸਤੰਬਰ ਨੂੰ, ਤੁਸੀਂ ਦੱਸ ਰਹੇ ਹੋ ਕਹਿੰਦੇ ਨੇ ਕਿ ਹਰੇਕ ਕੰਟੀਨੈਂਟ ਦੇ ਵਿੱਚ ਛਾਪਿਆ ਜਾਣਾ ਚਾਹੀਦਾ, ਪਰ ਬਹੁਤ ਸਾਰੇ ਲੋਕ ਇਹ ਪੁੱਛਣਾ ਚਾਹੁੰਦੇ ਆ ਕਿ ਜਿਹੜੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਤੁਸੀਂ ਛਾਪੇ, ਕਿ ਉਹ ਇੱਕ ਓਂਕਾਰ ਤੋਂ ਲੈ ਕੇ 18, 10, 20 ਤੱਕ ਛਾਪੇ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਛਾਪਦੀ ਆ ਉਹੀ ਛਾਪੇ, ਜਾਂ ਵਿੱਚੋਂ ਕੁਝ ਰਾਗਮਾਲਾ ਜਾਂ ਕੁਝ ਹੋਰ ਕੱਢ ਦਿੱਤੀ? ਅਸੀਂ ਸਾਰੇ ਉਹਨਾਂ ਨੂੰ ਚੈੱਕ ਕਰਾਏ ਸੀਗੇ। ਸਾਡੇ ਕੋਲ ਜਿਹੜੀ PDF ਫਾਈਲ ਸੀਗੀ SGPC ਦੀ ਫਾਈਲ ਸੀਗੀ। ਅੱਛਾ। ਜੋ SGPC ਦਾ ਇਨ ਬਿਨ ਛਾਪਿਆ ਸੀ ਉਹਨਾਂ ਨੇ, ਉਹ ਸਾਡੇ ਕੋਲ ਫਾਈਲ ਜਿਹੜੀ ਸੀਗੀ ਮੱਕੜ ਸਾਹਿਬ ਦੀ ਦਿੱਤੀ ਹੋਈ ਮਾਰਚ 2015 ਦੀ, ਉਹ ਐਗਜ਼ੈਕਟ ਸੇਮ ਸੀਗੀ। ਕੋਈ ਉਹਦੇ 'ਚ ਜਾਣ ਕੇ ਤੁਸੀਂ ਚੇਂਜ ਕਰਨਾ ਚਾਹੋ ਤੇ ਕਰ ਸਕਦੇ ਹੋ। ਜਦੋਂ ਪੁਰਾਣੇ ਜ਼ਮਾਨੇ 'ਚ ਪ੍ਰਿੰਟਿੰਗ ਹੁੰਦੀ ਸੀਗੀ ਤੇ ਉਦੋਂ ਮੈਂ ਉੱਥੇ ਇੰਡੀਆ ਰਹਿੰਦਾ ਸੀਗਾ, ਤੇ ਇਸ ਤਰ੍ਹਾਂ ਉੱਥੇ ਅੱਖਰ ਲਾ ਕੇ ਨਾ ਤੇ ਛਾਪਾ ਜਿਹਾ ਬਣਾਉਂਦੇ ਸੀਗੇ ਤੇ ਉਹ ਅੱਖਰ ਡਿੱਗ ਪੈਂਦੇ ਸੀਗੇ। ਹੁਣ ਡਿਜੀਟਲ ਪ੍ਰਿੰਟਿੰਗ ਹੈਗੀ ਹੈ, ਗਲਤੀ ਹੋ ਹੀ ਨਹੀਂ ਸਕਦੀ। ਪੂਰਾ ਗੁਰੂ ਗ੍ਰੰਥ ਸਾਹਿਬ ਛਪ ਕੇ ਤੇ ਉਹ ਬਾਹਰ ਆ ਜਾਂਦਾ ਹੈਗਾ, ਤੇ ਫਿਰ ਅਸੀਂ ਉਹਨੂੰ ਚੈੱਕ ਕਰਦੇ ਸੀਗੇ। ਛਾਪਣ ਤੋਂ ਬਾਅਦ ਚੈੱਕ ਕਰਦੇ ਸੀਗੇ, ਬਾਈਂਡਿੰਗ ਤੋਂ ਬਾਅਦ ਚੈੱਕ ਕਰਦੇ ਸੀਗੇ, ਤੇ ਤਾਂ ਉੱਥੇ ਸੱਚਖੰਡ ਪਹੁੰਚਾਉਂਦੇ ਸੀਗੇ। ਅੱਛਾ, ਹੁਣ ਜਿਹੜਾ ਇਹ ਮਾਮਲਾ ਖੜਾ ਹੋ ਗਿਆ, ਸ਼੍ਰੀ ਅਕਾਲ ਤਖਤ ਸਾਹਿਬ ਨੇ ਤੁਹਾਨੂੰ ਜੋ ਆਖਿਆ ਤੁਸੀਂ ਉਹਦੇ ਤੇ ਫੁੱਲ ਚੜਾ ਦਿੱਤੇ ਹੈ। ਹੁਣ ਜੇਕਰ ਕੱਲ੍ਹ ਨੂੰ ਇਹ ਤੋਂ ਅਗਲਾ ਫੈਸਲਾ ਇਹੀ ਆ ਜਾਂਦਾ ਕਿ ਛਾਪੇ ਬਿਲਕੁਲ ਹੀ ਨਹੀਂ ਜਾ ਸਕਦੇ, ਹੁਣ ਤਾਂ ਹਾਲੇ ਤੁਹਾਨੂੰ ਲੱਗਦਾ ਕਿ ਸ਼ਾਇਦ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਕਿ 11 ਸਤੰਬਰ ਵਾਲੇ ਦਿਨ, ਹੁਣ ਤੋਂ ਕੁਝ ਦਿਨ ਪਹਿਲਾਂ ਉਹਨਾਂ ਨੇ ਆਖ ਦਿੱਤਾ ਕਿ ਹਰ ਇੱਕ ਕੰਟੀਨੈਂਟ ਦੇ ਵਿੱਚ ਛਾਪੇ ਜਾਣੇ ਚਾਹੀਦੇ ਨੇ, ਪਰ ਜੇਕਰ ਕੱਲ੍ਹ ਨੂੰ ਇਹ ਫੈਸਲਾ ਆ ਜਾਂਦਾ ਹੈ ਕਿ ਛਾਪਣੇ ਹੀ ਨਹੀਂ, ਭਾਵੇਂ 4 ਕਰੋੜ ਆਵੇ ਭਾਵੇਂ 40 ਕਰੋੜ ਖਰਚ ਆਵੇ, ਫਿਰ ਤੁਸੀਂ ਸਹਿਮਤੀ ਪ੍ਰਗਟਾਓਗੇ? ਅਸੀਂ ਇਸ ਤਰ੍ਹਾਂ ਹੁੰਦਾ ਕਿ ਹਰ ਸਿੱਖ ਦਾ ਫਰਜ਼ ਬਣਦਾ ਹੈਗਾ ਕਿ ਉਹ ਸਹਿਮਤ ਹੋਵੇ ਜਾਂ ਨਾ ਸਹਿਮਤ ਹੋਵੇ, ਤੇ ਉਹ ਸਤਿਕਾਰ ਸਹਿਤ ਉਹਨੂੰ ਮੰਨਣ ਦੀ ਕੋਸ਼ਿਸ਼ ਕਰੇ। ਜੀ, ਅਸੀਂ ਅਸਹਿਮਤ ਹੈਗੇ ਹਾਂ। ਅਸਹਿਮਤ ਹੋ ਜਾਂ ਸਹਿਮਤ? ਅਸਹਿਮਤ, ਨਾਟ ਸਹਿਮਤ। ਓਕੇ, ਨਾਟ ਸਹਿਮਤ, ਨਾਟ ਐਗਰੀ। ਓਕੇ, ਅਸੀਂ ਐਗਰੀ ਨਹੀਂ ਕਰਦੇ। ਅਸੀਂ ਕਹਿੰਦੇ ਜਿਹੜਾ ਉਹਨਾਂ 2010 ਦਾ ਫੈਸਲਾ ਸੀਗਾ ਉਹ ਇੰਟੈਲੀਜੈਂਟ ਫੈਸਲਾ ਸੀਗਾ। ਕੋਈ ਤਰੀਕਾ ਨਹੀਂਗਾ ਗੁਰੂ ਗ੍ਰੰਥ ਸਾਹਿਬ ਜਦੋਂ ਬਾਈ ਓਸ਼ਨ ਵਿੱਚ ਪੈ ਜਾਂਦਾ ਹੈਗਾ ਤੇ ਟਰੈਵਲ ਕਰਨਾ ਹੈਗਾ ਵੀ ਉਹ ਸਤਿਕਾਰ ਹੋ ਸਕੇ। ਸਾਰੇ ਧਾਰਮਿਕ ਗ੍ਰੰਥ ਹਰ ਕੰਟੀਨੈਂਟ ਛਪਦੇ ਨੇ।
ਸਾਨੂੰ ਵੀ ਉਸ ਸਟੇਜ ਤੇ ਆਉਣਾ ਪੈਣਾ ਹੈ। ਅਸੀਂ ਸਭ ਤੋਂ ਨਵਾਂ ਧਰਮ ਹੈਗੇ ਹਾਂ, ਅਸੀਂ ਸਭ ਤੋਂ ਆਪਣੇ ਆਪ ਨੂੰ ਵੱਧ ਵਿਲੱਖਣ ਵੀ ਅਸੀਂ ਵਿਲੱਖਣ ਵੀ ਹੈਗੇ ਹਾਂ, ਤੇ ਸਾਨੂੰ ਛਾਪਣੇ ਪੈਣੇ ਨੇ। SGPC ਦਾ ਫੈਸਲਾ ਹੈਗਾ 2010 ਦਾ, 11 ਸਤੰਬਰ ਨੂੰ ਜਥੇਦਾਰ ਸਾਹਿਬ ਨੇ ਕਿਹਾ ਹੈਗਾ ਵੀ ਛਾਪਣੇ ਚਾਹੀਦੇ ਨੇ। ਇਹ SGPC ਨੂੰ ਕਰਨਾ ਹੀ ਪੈਣਾ ਹੈਗਾ। ਜਿਹੜੀ ਰਾਈਟਸ ਤੇ ਰਿਸਪੌਂਸਿਬਿਲਿਟੀਜ਼ ਇਹ ਇਕੱਠੀਆਂ ਚੱਲਦੀਆਂ ਨੇ। ਜੇ ਉਹਨਾਂ ਕੋਲ ਰਾਈਟ ਨੇ ਗੁਰੂ ਗ੍ਰੰਥ ਸਾਹਿਬ ਛਾਪਣ ਦੇ, ਉਹਨਾਂ ਕੋਲ ਰਿਸਪੌਂਸਿਬਿਲਿਟੀ ਵੀ ਹੈਗੀ ਹੈ ਕਿ ਉਹ ਗੁਰੂ ਗ੍ਰੰਥ ਸਾਹਿਬ ਹਰ ਕੰਟੀਨੈਂਟ ਦੇ ਵਿੱਚ ਅਵੇਲੇਬਲ ਕਰਨ। ਅੱਜ ਤੱਕ 2 ਵਾਰੀ ਉਹ ਟਰਾਈ ਕਰ ਚੁੱਕੇ ਨੇ, ਇੱਕ ਨਾਰਥ ਕੈਰੋਲਾਈਨਾ 'ਚ, ਇੱਕ ਯੂਬਾ ਸਿਟੀ ਦਦਾਰ ਸਿੰਘ ਬੈਂਸ ਨੇ ਉਹਨਾਂ ਨੂੰ ਜ਼ਮੀਨ ਦਿੱਤੀ। ਦੋਨੋਂ ਵਾਰੀ ਉਹ ਸਟਾਰਟ ਨਹੀਂ ਕਰ ਸਕੇ। SGPC 'ਚ ਸਟੇਬਿਲਿਟੀ ਨਹੀਂ ਹੈਗੀ। ਜਿਹੜਾ ਹੈਗਾ ਲੌਂਗੋਵਾਲ ਸਾਹਿਬ, ਉਹਦੀ ਟਰਮ 1 ਸਾਲ ਹੈਗੀ ਹੈ, ਉਹਦੀ ਟਰਮ 10 ਸਾਲ ਚਾਹੀਦੀ ਹੈ, ਤਾਂ ਕਿ ਉਹ ਇੱਕ ਚੀਜ਼ ਨੂੰ ਪ੍ਰੋਜੈਕਟ ਨੂੰ ਸਟਾਰਟ ਕਰਕੇ ਕਈ ਪ੍ਰੋਜੈਕਟ ਜਦੋਂ ਖਾਲਸਾ ਸਕੂਲ ਬਣਿਆ ਓਲਡ ਜੇਲ ਰੋਡ, ਸਾਨੂੰ 10 ਸਾਲ ਲੱਗੇ ਉਹ ਕੰਪਲੀਟ ਕਰਦੇ ਸਟੇਜਸ ਦੇ ਵਿੱਚ ਜਾ ਕੇ। ਤੇ ਉੱਥੇ ਵੀ ਸਟੇਬਿਲਿਟੀ ਚਾਹੀਦੀ ਹੈ। ਜਿਹੜਾ ਜਥੇਦਾਰ ਮਤਲਬ ਕਿੰਨੇ ਸਾਲਾਂ 'ਚ ਕਿੰਨੇ ਜਥੇਦਾਰ ਬਣ ਚੁੱਕੇ ਹਨ, ਜਥੇਦਾਰ ਦੀ ਟਰਮ ਲਾਈਫ ਟਰਮ ਚਾਹੀਦੀ ਹੈ। ਇਹਨੂੰ ਕੋਈ ਰਿਮੂਵ ਨਹੀਂ ਕਰ ਸਕੇ, ਤਾਂ ਕਿ ਉਹ ਫੈਸਲੇ ਆਪਣੀ ਮਰਜ਼ੀ ਦੇ ਲੈ ਫੈਸਲੇ ਆਪਣੀ ਫੈਸਲੇ ਪੰਥਕ ਲੈ ਸਕਣ ਉਹ। ਤੇ ਫਿਰ ਹੁਣ ਪੰਥਕ ਫੈਸਲੇ ਲੈਂਦੇ ਆ, ਉਹਨਾਂ ਨੂੰ ਤਕਲੀਫ ਨਾ ਹੋਵੇ। ਸਾਡੀ ਤਾਂ ਇਹੋ ਹੀ ਬੇਨਤੀ ਹੈ ਵੀ ਇਹ ਕੰਮ ਹੋਣਾ ਹੈਗਾ, ਇਹ ਸਾਡੇ ਜੀਂਦੇ ਜੀ ਹੋਣਾ, ਸਾਡੇ ਜਾਣ ਤੋਂ ਬਾਅਦ ਹੋਣਾ। ਇਹ ਨਹੀਂ ਸਾਨੂੰ ਪਤਾ ਵੀ ਹਰ ਕੰਟੀਨੈਂਟ 'ਚ ਗੁਰੂ ਗ੍ਰੰਥ ਸਾਹਿਬ ਛਪਨੇ ਨੇ। ਅੱਛਾ, ਹੁਣ ਤੁਹਾਡੇ ਵਾਸਤੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਕੀ ਅਗਲਾ ਹੁਕਮ ਕੀ ਹੈ? ਸਾਡੇ ਵਾਸਤੇ ਕੋਈ, ਅਸੀਂ ਉਹਨਾਂ ਦਾ ਹੁਕਮ ਪਾਲਣ ਕਰ ਚੁੱਕੇ ਹਾਂ। ਉਹਨਾਂ ਨੇ ਕਿਹਾ PDF ਕਿੱਥੇ ਹੈਗੀ ਹੈ, PDF ਕਿੱਥੋਂ ਲਿੱਤੀ, ਉਹਦਾ ਅਸੀਂ ਉਹਨਾਂ ਨੂੰ ਫੋਨ ਤੇ ਜਵਾਬ ਦੇ ਦਿੱਤਾ। ਹੁਣ ਅਸੀਂ ਉੱਥੇ ਉਹਨਾਂ ਨੂੰ ਲਿਖ ਕੇ ਜਵਾਬ ਦੇ ਦੇਣਾ ਹੈਗਾ। ਉਹ ਅੱਜ ਜਵਾਬ ਚਲਾ ਜਾਣਾ ਹੈਗਾ। ਅੱਛਾ ਜੀ, ਇਹ ਤੋਂ ਇਲਾਵਾ ਸਰੂਪ ਛਾਪੇ ਸੀ ਉਹ ਗੁਰਦੁਆਰਾ ਸਾਹਿਬ, ਮਸ਼ੀਨਰੀ ਛਾਪੀ ਸੀ ਗੁਰਦੁਆਰਾ ਸਾਹਿਬ। ਅੱਛਾ, ਮੈਨੂੰ ਇਹ ਦੱਸਿਓ ਹੁਣ, ਉਸ ਜਿਹੜਾ ਤੁਸੀਂ ਕਹਿੰਦੇ ਸੀ ਸਾਡਾ ਸਮਝੌਤਾ ਹੋਇਆ, ਕੰਟਰੈਕਟ ਹੋਇਆ, ਉਹਦੇ ਵਿੱਚ ਇਹ ਸੀ ਕਿ SGPC ਨੂੰ ਤੁਸੀਂ ਥਾਂ ਵੀ ਦੇਣੀ ਹੈ, SGPC ਨੂੰ ਤੁਸੀਂ ਮਸ਼ੀਨਰੀ ਵੀ ਦੇਣੀ ਹੈ। ਉਹਦਾ ਕੋਈ ਪੈਸਾ ਵੀ SGPC ਤੋਂ ਚਾਰਜ ਕਰਨਾ ਸੀ ਜਾਂ ਨਹੀਂ? $1 1 ਸਾਲ ਦਾ ਸਿਰਫ। ਆਹੋ। ਅੱਛਾ, ਉਹ ਇੱਥੋਂ ਦੇ ਕਾਨੂੰਨ ਦੇ ਮੁਤਾਬਕ। ਆਹੋ, ਮਤਲਬ ਕਿਉਂ ਕਰਕੇ ਲੀਸ ਹੋਣੀ ਹੈ ਨਾ ਉਹਨਾਂ ਕੋਲ, ਤੇ $1 ਮਤਲਬ ਤਾਂ ਕਿ ਉਹ ਲੀਗਲ ਬਾਈਂਡਿੰਗ ਲੀਸ ਹੋ ਜਾਂਦੀ ਹੈ। ਫਿਰ ਕਿੰਨੇ ਸਾਲਾਂ ਦੀ? ਮੇਰੇ ਖਿਆਲ 50 ਸਾਲਾਂ ਦੀ ਸੀਗੀ। 25 ਸਾਲ ਦੀ ਮੇਰੇ ਖਿਆਲ। 25 ਸਾਲ ਦੀ ਸੀਗੀ। ਮੈਂ ਜਿੰਨਾ ਕੁ ਪੜ੍ਹਿਆ ਜੀ, ਮੈਂ 25 ਦੀ ਹੋਣੀ ਹੈ। ਮਤਲਬ ਮੇਰੀ ਕੋਈ ਇੰਨੀ ਮੈਮਰੀ ਗੁੱਡ ਨਹੀਂ ਹੈਗੀ, ਪਰ ਉਹ ਲੌਂਗ ਟਰਮ ਲੀਜ਼ ਸੀਗੀ। ਤੇ ਪਰ ਇਨ ਬਿਟਵੀਨ ਆਪਾਂ ਵੀ ਵੇਖਦੇ ਹਾਂ ਕਈ ਵਾਰੀ ਕਿਸੇ ਨਾਲ ਕੰਟਰੈਕਟ ਸਾਈਨ ਕੀਤਾ, ਪਰ ਇਨ ਬਿਟਵੀਨ ਕਈ ਵਾਰੀ ਕਿਤੇ ਸਵਾਲ ਪੈਦਾ ਹੋ ਜਾਂਦਾ ਕਿ ਨਹੀਂ, ਇਹ ਜਿਹੜਾ ਸਮਝੌਤਾ ਕੀਤਾ ਇਹ ਸਹੀ ਨਹੀਂ, ਅਸੀਂ ਇਹਦਾ ਹੋਰ ਪਾਲਣ ਕਰ ਨਹੀਂ ਸਕਦੇ। ਤੇ ਫਿਰ ਕੀ ਹੋਣਾ ਸੀ ਜੀ? ਫਿਰ ਉਹ ਮਸ਼ੀਨਰੀ, ਫਿਰ ਉਹ ਸਾਰਾ ਥਾਂ SGPC ਨੂੰ ਜਾਣਾ ਸੀ ਜਾਂ ਉਹ ਟਰਸਟ ਕੋਲ ਰਹਿ ਜਾਣਾ ਸੀ? ਨਹੀਂ, ਜਿਹੜੀ ਮਸ਼ੀਨ ਕਮ ਬਿਲਡਿੰਗ ਸਾਡੇ ਕੋਲ ਰਹਿ ਜਾਣੀ ਸੀ, ਮਸ਼ੀਨ ਦੀ SGPC ਹੋ ਜਾਣੀ ਸੀਗੀ। SGPC ਦੀ? ਹਾਂਜੀ। ਅੱਛਾ, ਇਹ ਐਗਰੀਮੈਂਟ ਸੀਗਾ। ਤੇ ਹੁਣ ਜੇਕਰ ਕਿਸੇ ਵਿਅਕਤੀ ਨੇ, ਕਿਉਂਕਿ ਤੁਸੀਂ ਪੰਜਾਬ ਤੋਂ SGPC ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲਿਆਉਂਦੇ ਰਹੇ ਹੋ, ਕਿੰਨੇ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤੁਹਾਨੂੰ ਉੱਥੋਂ ਮਿਲਦਾ ਸੀ? ਕੋਈ ਯਾਦ ਹੈ? ਨਾ, ਮੈਨੂੰ ਕੋਈ ਯਾਦ ਨਹੀਂਗਾ। ਕਿਉਂ ਕਰਕੇ ਜਦੋਂ ਬੱਸ ਆਈ ਸੀਗੀ ਤੇ ਉਦੋਂ ਮਤਲਬ SGPC ਵਾਲੇ ਬੜੇ ਰੀਜ਼ਨੇਬਲ ਨੇ, ਜਿਹੜੇ ਉਹਨਾਂ ਨੂੰ ਹੈਗੇ ਨੇ ਨਾ, ਸਾਨੂੰ ਉਹਨਾਂ ਨੇ ਪੈਸੇ ਚਾਰਜ ਹੀ ਨਹੀਂ ਸੀ ਕੀਤੇ। ਚਾਰਜ ਨਹੀਂ ਸੀ ਕੀਤਾ? ਨਹੀਂ, ਸਿਰਫ ਬੱਸ ਦਾ ਖਰਚਾ ਹੀ ਕਾਫੀ ਜ਼ਿਆਦਾ ਸੀਗਾ, ਪਰ SGPC ਦਾ ਇਹੋ ਹੀ ਸੀਗਾ ਵੀ ਤੁਸੀਂ, ਅਸੀਂ ਇੱਥੇ ਕਈਆਂ ਨੂੰ ਮਤਲਬ ਕਈਆਂ ਨੇ ਭੇਟਾ ਦਿੱਤੀ, ਕਈਆਂ ਨੇ ਭੇਟਾ ਚਾਰਜ ਕੀਤਾ ਲੋਕਾਂ ਤੋਂ, ਕਈਆਂ ਨੇ ਭੇਟਾ ਦਿੱਤੀ, ਕਈਆਂ ਨੇ ਭੇਟਾ ਨਹੀਂ ਦਿੱਤੀ। ਅਸੀਂ ਦੋਨੋਂ ਪਾਸੇ ਹੀ ਰੱਖਿਆ। ਅੱਛਾ, ਜੇ ਕੋਈ ਭੇਟਾ ਕਿਸੇ ਨੇ ਦੇ ਦਿੱਤੀ, ਸਕੂਲ ਨੇ ਸਾਰੇ ਖਰਚ ਕੀਤੇ ਨੇ। ਜੇ ਕੋਈ ਭੇਟਾ ਕਿਸੇ ਨੇ ਦੇ ਦਿੱਤੀ ਤਾਂ ਸਕੂਲ ਦੀ ਡੋਨੇਸ਼ਨ ਚਲੇ ਗਏ, ਜੇ ਨਹੀਂ ਭੇਟਾ ਦਿੱਤੀ ਤਾਂ ਤਾਂ ਵੀ ਕੋਈ ਗੱਲ ਨਹੀਂ। ਅੱਛਾ, ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਸੀ, ਤੁਸੀਂ ਦੱਸ ਰਹੇ ਹੋ ਕਿ ਡਿਮਾਂਡ ਬਹੁਤ ਸੀ, ਆਪਣੇ ਜਿਹੜੇ ਸੰਗਤ ਨੇ ਉਹਨਾਂ ਦੀ ਡਿਮਾਂਡ ਸੀ। ਹੁਣ ਕਿੰਨੇ ਨੂੰ ਮਹਾਰਾਜ ਦਾ ਸਰੂਪ ਵੇਚਿਆ ਜਾ ਰਿਹਾ ਸੀ? ਵੇਚਿਆ ਨਹੀਂ ਕਹਿਣਾ ਚਾਹੀਦਾ, ਮਤਲਬ ਆਮ ਸੰਗਤ ਇਹੀ ਕਹਿੰਦੇ ਕਿ ਇਹ ਪੈਸੇ ਬਣਾਉਣ ਵਾਸਤੇ ਇਹਨਾਂ ਨੇ ਕੰਮ ਕੀਤਾ ਸੀ, ਇਹਨਾਂ ਨੇ ਵੇਚਣੇ ਸੀ। ਮੈਂ ਇਸੇ ਕਰਕੇ ਸੰਗਤ ਦਾ ਸਵਾਲ ਹੈ। ਨਹੀਂ ਇੱਥੇ ਨਾ ਵੀ ਦੇਖੋ, ਮਹਾਰਾਜ ਦੇ ਸਰੂਪ ਦੀ ਤੇ ਲੋਕ ਸਾਡੇ ਗੁਰੂ ਜਾਗਤ ਜੋਤ ਗੁਰੂ ਗ੍ਰੰਥ ਸਾਹਿਬ ਨੇ, ਤੇ ਇਹ ਤੇ ਅਵੇਲੇਬਿਲਟੀ ਦੀ ਗੱਲ ਹੈਗੀ ਹੈ।
ਵੇਚਣ ਦਾ ਤੇ ਕੋਈ ਗੱਲ ਹੀ ਨਹੀਂ ਹੈਗੀ ਵੀ ਜੇ ਕੋਈ ਨਹੀਂ ਪੈਸੇ ਦੇ ਸਕਦਾ। ਜਿੰਨੇ ਇੱਥੇ ਗੁਰਦੁਆਰੇ ਨੇ, ਗੁਰੂ ਨਾਨਕ ਟੈਂਪਲ, ਦਸ਼ਮੇਸ਼ ਦਰਬਾਰ, ਸੁਖ ਸਾਗਰ, ਵੈਨਕੂਵਰ ਦੇ ਵਿੱਚ ਜਿਹੜਾ ਹੈਗਾ, ਜਿੱਥੇ ਉਹ ਹੁਣ ਹੈਗੇ ਨੇ ਰੌਸ ਸਟਰੀਟ, ਜਿਹੜਾ ਕਿ ਨਾ ਆਪਣਾ ਦੁੱਖ ਨਿਵਾਰਨ ਹੈਗਾ, ਸਾਰਿਆਂ ਨੂੰ ਅਸੀਂ 90% ਫ੍ਰੀ ਦਿੱਤੇ ਨੇ। ਅੱਛਾ, ਫ੍ਰੀ ਦਿੱਤੇ ਨੇ। ਹਾਂ, ਤੇ ਮਤਲਬ ਇੱਥੇ ਸਾਰੇ ਗੁਰਦੁਆਰੇ ਵਾਲੇ ਹੈਗੇ ਨੇ, ਕਿਸੇ ਨੂੰ ਪੁੱਛ ਲਓ। ਮਤਲਬ ਜੇ ਉਹ ਕਹਿੰਦੇ ਗੁਰਦੁਆਰੇ 'ਚ ਕੋਈ ਭੇਟਾ ਕਿਸੇ ਨੇ ਦੇ ਵੀ ਦਿੱਤੀ, ਅਸੀਂ ਲੈ ਲਿੱਤੀ, ਅਸੀਂ ਕੋਈ ਕੀਤਾ ਨਹੀਂ ਗਾ। ਮਤਲਬ ਜਿਹੜਾ ਬੰਦਾ, ਗੁਰਦੁਆਰੇ ਵਾਲਿਆਂ ਨੂੰ ਬਹੁਤੇ ਸਵਾਲ ਵੀ ਨਹੀਂ ਕੀਤੇ, ਕਿਉਂ ਸਾਨੂੰ ਪਤਾ ਸੀ ਗੁਰਦੁਆਰਾ ਚੱਲਦਾ ਇਹਨਾਂ ਦਾ। ਤੇ ਜਿਹੜਾ ਆਮ ਬੰਦਾ ਆਉਂਦਾ ਉਹਨੂੰ ਸਵਾਲ ਜ਼ਰੂਰ ਪੁੱਛਦੇ ਆ ਵੀ ਮਰਿਆਦਾ ਰੱਖੋ, ਵੀ ਤੁਸੀਂ ਮਰਿਆਦਾ ਰੱਖੋਗੇ। ਅੱਛਾ, ਗੁਰਦੁਆਰੇ ਸਵਾਲ ਵੀ ਨਹੀਂ ਕੀਤਾ ਅਸੀਂ। ਅੱਛਾ, ਹੁਣ ਕਿੰਨੀ ਕੁ ਡਿਮਾਂਡ ਹੈ ਜੀ ਤੁਹਾਡੇ ਕੋਲੇ? ਕਿੰਨੀ ਕੁ ਸੰਗਤ ਪੁੱਛਦੀ ਹੈ ਤਾਂ ਕਿ ਦਰਸ਼ਕਾਂ ਨੂੰ ਪਤਾ ਲੱਗੇ ਕਿ ਸੱਚੀ ਮੁੱਚੀ ਡਿਮਾਂਡ ਹੈ? ਡਿਮਾਂਡ ਥੋੜ੍ਹੀ ਹੁੰਦੀ ਹੈ, ਕਿਉਂ ਕਰਕੇ ਜਦੋਂ ਮਹਾਰਾਜ ਸਰੂਪ ਖਤਮ ਹੋ ਜਾਂਦੇ 2 ਸਾਲ, ਫਿਰ ਲੋਕੀ ਪੁੱਛਣਾ ਬੰਦ ਕਰ ਦਿੰਦੇ ਨੇ। ਫਿਰ ਜਦੋਂ ਆਉਂਦੇ ਨੇ ਫਿਰ ਲੋਕਾਂ ਨੂੰ ਪਤਾ ਲੱਗਦਾ। ਤੇ ਹੁਣ ਜਦੋਂ ਅਸੀਂ ਜਿੱਦਣ ਸਰੂਪ ਦਿੱਤੇ ਨੇ, ਉਦਣ 6 ਬੰਦੇ ਸਰੂਪ ਲੈਣਾ ਚਾਹੁੰਦੇ ਸੀਗੇ। ਅੱਛਾ ਜੀ। ਘਰਾਂ ਵਾਲੇ, ਤੇ ਅਸੀਂ ਉਹਨਾਂ ਨੂੰ ਨਹੀਂ ਦਿੱਤੇ। ਮਤਲਬ ਲੋਕੀ ਹੌਲੀ ਹੌਲੀ ਜਿਵੇਂ ਕੋਈ ਕਿਸੇ ਨੇ ਅੱਜ ਸਰੂਪ ਤੁਹਾਡੇ ਦੇ ਮਨ 'ਚ ਵਿਚਾਰ ਆਇਆ ਵੀ ਮੈਂ ਪ੍ਰਕਾਸ਼ ਕਰਨਾ ਕਰ, ਤੇ ਤੁਹਾਨੂੰ 2 ਹਫ਼ਤੇ ਮਿਨੀਮਮ ਲੱਗ ਜਾਂਦੇ ਆ ਤਿਆਰੀ ਕਰਦੇ ਆ। ਅੱਛਾ ਜੀ। ਇੱਕ ਤਖਤ ਪੋਸ਼ ਬਣਾਉਣਾ ਪੈਂਦਾ, ਤਖਤ ਪੋਸ਼ ਉੱਤੇ ਮੰਜੀ ਰੱਖਣੀ ਪੈਂਦੀ ਹੈ, ਫਿਰ ਉੱਤੇ ਚੰਦੋਵਾਰ ਤੁਹਾਨੂੰ ਲਾਉਣਾ ਪੈਂਦਾ ਹੈਗਾ, ਫਿਰ ਇੱਕ ਤੁਹਾਨੂੰ ਬੈੱਡ ਰੱਖਣਾ ਪੈਂਦਾ, ਬੈੱਡ ਦੇ ਉੱਤੇ ਸਾਰਾ ਕੁਛ ਨਵਾਂ ਚਾਹੀਦਾ। ਸੋ ਉਹ 2 ਹਫ਼ਤੇ ਆਮ ਬੰਦੇ ਨੂੰ ਲੱਗ ਜਾਂਦੇ ਨੇ। ਜਦੋਂ ਤੱਕ ਅਸੀਂ ਸਰੂਪ ਆਏ ਤੇ ਅਸੀਂ ਲੋਕਾਂ ਨੂੰ ਦੇਣੇ ਸੰਗਤਾਂ ਨੂੰ ਦੇਣੇ ਸ਼ੁਰੂ ਕੀਤੇ, ਤੇ ਉਦੋਂ ਡਿਮਾਂਡ ਆਉਣੀ ਸ਼ੁਰੂ ਹੋਈ। ਮਤਲਬ ਡਿਮਾਂਡ ਕੋਈ ਬਹੁਤ ਜ਼ਿਆਦਾ ਨਹੀਂ ਹੈਗੀ, ਪਰ ਜਿਹੜੀ ਵੀ ਹੈਗੀ ਹੈ ਉਹ ਪੂਰੀ ਹੋਣੀ ਚਾਹੀਦੀ ਹੈ। ਫਿਰ ਜਿਨ੍ਹਾਂ ਨੂੰ ਨਹੀਂ ਮਿਲਦੇ ਲੋਕੀ, ਫਿਰ ਮੈਨੂੰ ਪਤਾ ਵੀ ਟੈਚੀਆਂ 'ਚ ਲੈ ਕੇ ਆਉਂਦੇ ਨੇ। ਉਹ ਤੇ ਮਰਿਆਦਾ ਦੀ ਬਿਲਕੁਲ ਉਲੰਘਣਾ ਜੀ। ਹਾਂ, ਮਤਲਬ ਬੇਸਿਕਲੀ ਇਹ ਨਾ ਕਿ ਅਸੀਂ ਜਿਹੜੇ ਅਟੈਚੀ 'ਚ ਫੜ ਕੇ ਲੈ ਕੇ ਆਉਂਦੇ ਨੇ, ਉਹ ਤਾਂ ਉਸੇ ਜਹਾਜ਼, ਪੈਸੇਂਜਰ ਜਹਾਜ਼ ਦੇ ਵਿੱਚ ਹੀ ਲੈ ਕੇ ਆਉਂਦੇ ਹੋਣੇ ਨੇ। ਹਾਂ, ਪੈਸੇਂਜਰ ਜਹਾਜ਼ ਲਗੇਜ ਦੇ ਵਿੱਚ ਹੁੰਦਾ ਹੈਗਾ। ਜਿੱਥੇ ਆਪਾਂ ਲਗੇਜ ਰੱਖਿਆ ਉੱਥੇ ਹੀ ਰੱਖਣਾ ਪੈਂਦਾ। ਉੱਥੇ ਹੀ ਰੱਖਣਾ ਪੈਂਦਾ ਹੈਗਾ। ਮਤਲਬ ਇਹ ਤੇ ਹੈ ਨਾ ਵੀ ਸਾਨੂੰ ਸਟੇਜ ਚੇਂਜ ਕਰਨੀ ਪੈਣੀ ਹੈ, ਸਾਨੂੰ ਇਹ ਅਸੈਪਟ ਕਰਨਾ ਪੈਣਾ ਹੈ ਕਿ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਅਸੀਂ ਪਾਠ ਕਰਨਾ, ਅਸੀਂ ਆਪਣੇ ਘਰ ਪ੍ਰਕਾਸ਼ ਕਰਨਾ। ਹਰ ਸਿੱਖ ਨੂੰ 2 ਵਾਰੀ ਦਰਸ਼ਨ ਕਰਨ ਦਾ ਹਰ ਰੋਜ਼ ਹੁਕਮ ਹੈਗਾ ਕਿ ਉਹ ਪ੍ਰਕਾਸ਼ ਕਰੇ, ਸਵੇਰੇ ਸ਼ਾਮ ਪਾਠ ਕਰੇ, ਕੋਸ਼ਿਸ਼ ਕਰੇ ਜੇ ਸਵੇਰੇ ਸ਼ਾਮ ਪਾਠ ਨਹੀਂ ਕਰਦਾ, 1 ਵਾਰ ਤਾਂ ਕਮ ਸੇ ਕਮ ਕਰੇ। ਤੇ ਸੋ ਇਹ ਤੇ ਲੋਕਾਂ ਨੂੰ ਅਸੈਪਟ ਕਰਨਾ ਪੈਣਾ। ਜਿਹੜੇ ਨੇ ਨਾ ਬੰਦੇ ਵਿਚਾਰੇ ਪੈਸਾ ਹੀ ਸਾਰਾ ਦਿਨ ਕਮਾਉਂਦੇ, ਉਹਨਾਂ ਨੂੰ ਪੈਸਾ ਹੀ ਸੁਝਦਾ ਹੈਗਾ। ਪੈਸੇ ਦਾ ਤਾਂ ਕੋਈ ਚੱਕਰ ਹੀ ਨਹੀਂ ਹੈਗਾ। SGPC ਵਾਲੇ ਵੀ ਪੈਸੇ ਦੇ ਚੱਕਰ 'ਚ ਨਹੀਂ ਹੈਗੇ। SGPC ਵਾਲੇ ਵੀ ਆਪਣੇ ਵੱਲੋਂ ਸਤਿਕਾਰ ਕਰਨਾ ਚਾਹੁੰਦੇ ਨੇ, ਸਿਰਫ ਉਹ ਸਮਝ ਨਹੀਂ ਲੱਗਦੀ ਉਹਨਾਂ ਨੂੰ ਵੀ ਕਿੱਦਾਂ ਕਰਨ। ਉਹ ਸਮਝਦੇ ਚਾਰਟਰ ਪਲੇਨ ਸਤਿਕਾਰ ਹੈਗਾ। ਮੈਂ ਨਹੀਂ ਐਗਰੀ ਕਰਦਾ ਚਾਰਟਰ ਪਲੇਨ ਸਤਿਕਾਰ ਹੈਗਾ। ਪਰ ਆ ਵੀ ਕੋਈ ਸਤਿਕਾਰ ਨਹੀਂ ਕਿ ਜੇਕਰ ਕੋਈ ਗ੍ਰੰਥ ਸਾਹਿਬ ਦਾ ਲੈ ਕੇ ਆ ਰਿਹਾ ਸਰੂਪ, ਉਹ ਤੁਸੀਂ ਦੱਸ ਰਹੇ ਹੋ ਕਿ ਟੈਚੀ 'ਚ ਜਿੱਥੇ ਸਾਡੇ ਬਾਕੀ ਰੱਖੇ ਹੋਏ ਨੇ ਟੈਚੀ, ਉੱਥੇ ਹੀ ਰੱਖ ਦਿੱਤੇ ਆ। ਉਸੇ ਤਰੀਕੇ ਨਾਲ ਬੰਦਾ ਏਅਰਪੋਰਟ ਤੱਕ ਲੈ ਕੇ ਆਇਆ, ਉਸੇ ਤਰੀਕੇ ਨਾਲ। ਉਹ ਤਾਂ ਕਈ ਵਾਰੀ ਮੈਂ ਵੇਖਿਆ ਕਿ ਬਹੁਤ ਸਾਰੇ ਦਰਸ਼ਕਾਂ ਨੇ ਵੀਡੀਓ ਦੇਖੇ ਹੋਣਗੇ, ਉਹ ਤੇ ਟੈਚੀ ਵਗਾ ਮਾਰਦੇ ਆ ਜੀ। ਪਰ ਚਲੋ ਮਤਲਬ ਇਹ ਨੇ ਵੀ ਅਸੀਂ ਕੁਝ ਕਹਿ ਨਹੀਂ ਸਕਦੇ। ਅਸੀਂ ਤੇ ਕਹਿੰਦੇ ਹਾਂ ਸਰ ਦੋਨਾਂ ਨੂੰ, ਵੀ ਜਥੇਦਾਰ ਸਾਹਿਬ ਨੂੰ ਤੇ SGPC ਨੂੰ, ਲੌਂਗੋਵਾਲ ਸਾਹਿਬ ਨੂੰ, ਵੀ ਤੁਸੀਂ ਸਾਰੇ ਕੰਟਰੀਆਂ ਵਿੱਚ ਜਾ ਕੇ ਪਾਰਟਨਰਸ਼ਿਪ ਕਰੋ ਜੀ। 2 ਵਾਰੀ ਫੇਲ ਹੋਏ ਨੇ, ਆਪ ਕਰਨਾ ਚਾਹੁੰਦੇ ਸੀਗੇ। ਇਹਨਾਂ ਕੋਲ ਆਪ ਕਰਨ ਦੀ ਅੱਜ ਕੱਲ੍ਹ ਕੋਲੈਬੋਰੇਸ਼ਨ ਕਹਿੰਦੇ ਨੇ ਇਹਨੂੰ ਜੀ, ਵੀ ਤੁਸੀਂ ਕੋਲੈਬੋਰੇਸ਼ਨ ਕਰੋ। ਇੱਥੇ ਹੋਰ ਵੀ ਕੋਈ ਛਾਪ ਲਵੇ, ਅਸੀਂ ਉੱਥੋਂ ਜਾ ਕੇ ਲੈ ਆਵਾਂਗੇ। ਜੂਬਾ ਸਿਟੀ ਉਹਨਾਂ ਨੇ ਕਿਹਾ ਅਸੀਂ ਛਾਪਾਂਗੇ, ਅਸੀਂ ਬੜੇ ਖੁਸ਼ ਹੋ। ਜੇ ਮੰਨ ਲਓ ਤੁਹਾਨੂੰ ਕੱਲਾ ਨੂੰ ਆਗਿਆ ਨਹੀਂ ਮਿਲਦੀ, ਨਾਰਥ ਅਮਰੀਕਾ 'ਚ ਕਿਸੇ ਨੂੰ ਹੋਰ ਮਿਲ ਜਾਂਦੀ ਹੈ, ਕੋਈ ਇਤਰਾਜ਼ ਹੈ ਜੀ? ਨਾ, ਅਸੀਂ ਬੜੇ ਖੁਸ਼ ਹੋਵਾਂਗੇ। ਅੱਛਾ, ਕਿਉਂਕਿ ਸਾਡੇ ਕੋਲ ਤੇ ਸਕੂਲ ਹੈਗਾ, ਸਾਡੇ ਕੋਲ ਤੇ ਹੋਰ ਸੇਵਾ ਹੈਗੀਆਂ ਨੇ। ਇਹ ਤੇ ਸੇਵਾ ਅਸੀਂ 79 ਤੋਂ ਕਰਦੇ ਸੀਗੇ, ਤੇ ਸਾਡੀ ਖਾਸ਼ ਹੈ ਵੀ ਅਸੀਂ ਕਰੀਏ। ਅਸੀਂ ਬੜੇ ਖੁਸ਼ ਹੋਵਾਂਗੇ। ਜਿਹੜੀ ਸਾਡੀ ਮਸ਼ੀਨ ਹੈ ਅਸੀਂ ਕਿਸੇ ਹੋਰ ਗੁਰਦੁਆਰੇ ਨੂੰ ਦੇ ਦਾਂਗੇ, ਸਾਨੂੰ ਕੋਈ ਗੱਲ ਨਹੀਂ, ਕੋਈ ਸਮੱਸਿਆ ਨਹੀਂ ਗੀ। ਇਹਨਾਂ ਨੂੰ ਇਹੋ ਹੀ ਬੇਨਤੀ ਹੈਗੀਆਂ 2 ਵੀ ਇੱਕ ਤੇ ਲਾਗ ਮਾਤਰ ਮੀਨਸ ਵੀ
ਪ੍ਰੋਫਿਟ ਨਹੀਂ ਕਮਾਉਣਾ ਗੁਰੂ ਗ੍ਰੰਥ ਸਾਹਿਬ ਚੋਂ, ਦੂਜਾ ਮਰਿਆਦਾ ਦੇ ਨਾਲ ਦੇਣਾ ਹੈਗਾ ਜੀ। ਸੋ ਮਲਕ ਸਾਹਿਬ ਤੁਸੀਂ ਆਏ, ਦਰਸ਼ਕ ਜਿਹੜੇ ਦੁਬਿਧਾ ਵਿੱਚ ਨੇ, ਸਵਾਲਾਂ ਦੇ ਘਿਰੇ ਵਿੱਚ ਘਿਰੇ ਹੋਏ ਹੋ, ਉਹਦੀਆਂ ਗੱਲਾਂ ਬਾਤਾਂ ਦੇ ਤੁਸੀਂ ਸਾਡੇ ਨਾਲ ਦਰਸ਼ਕਾਂ ਦੇ ਨਾਲ ਖੁੱਲੀਆਂ ਗੱਲਾਂ ਬਾਤਾਂ ਕੀਤੀਆਂ ਨੇ। ਤੁਹਾਡਾ ਧੰਨਵਾਦ। ਫਿਰ ਕਿਸ ਦਿਨ ਗੱਲਬਾਤ ਇਸ ਦੇ ਵਿੱਚ ਕੋਈ ਅਪਡੇਟ ਹੋਈ ਫਿਰ ਗੱਲਬਾਤ ਕਰਾਂਗੇ। ਗੁਰਫਤਿਹ ਪ੍ਰਵਾਨ ਥੈਂਕ ਯੂ ਜੀ। ਵਾਹਿ ਖਾਲਸਾ ਵਾਹਿਗੁਰੂ ਫਤਿਹ। ਦੋਸਤੋ, ਇਹ ਸਨ ਰੁਪਦਮਨ ਸਿੰਘ ਮਲਕ, ਜਿਨ੍ਹਾਂ ਨੇ ਬੀਤੇ ਦਿਨਾਂ ਦੇ ਚੱਲ ਰਹੇ ਵਾਦ ਵਿਵਾਦ ਪੈਦਾ ਕਿਵੇਂ ਹੋਏ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਚਿੱਠੀ ਪੱਤਰੀ ਕਿਵੇਂ ਕਿਹੜੇ ਪੜਾਅ ਵਿੱਚ ਗੁਜ਼ਰਦੀ ਉਸ ਸਥਾਨ ਤੇ ਆ ਕੇ ਖੜ ਗਈ ਕਿ ਜਦੋਂ ਆਖ ਦਿੱਤਾ ਗਿਆ ਕਿ ਸਾਨੂੰ ਫਲਾਣਾ ਬੰਦਾ ਡੱਕ ਰਿਹਾ, ਅਸੀਂ ਤੁਹਾਨੂੰ ਸਹਿਮਤੀ ਦੇ ਚੁੱਕੇ ਹਾਂ, ਇਕਰਾਰਨਾਮਾ ਕਰ ਚੁੱਕੇ ਹਾਂ। ਉਹਦੇ ਤੋਂ ਬਾਅਦ ਬੀਤੇ ਦਿਨਾਂ ਦੇ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਛਾਪ ਦਿੱਤੇ ਗਏ, ਹੁਕਮਨਾਮਾ ਸਾਹਿਬ ਆਉਂਦਾ, ਇਹਨਾਂ ਨੇ ਉਹ ਪ੍ਰਿੰਟਿੰਗ ਬੰਦ ਕਰ ਦਿੱਤੀ, ਸਰੂਪ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਪਹੁੰਚਾ ਦਿੱਤੇ, ਮਸ਼ੀਨਰੀ ਉੱਥੇ ਪਹੁੰਚਾ ਦਿੱਤੀ। ਤੇ ਹੁਣ ਉਹਦੇ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਇਸ ਦੇ ਵਿੱਚ ਕੀ ਕੁਝ ਹੁੰਦਾ, ਕੀ ਵਾਪਰਦਾ, ਉਹ ਤੁਹਾਡੇ ਨਾਲ ਅਸੀਂ ਟਾਈਮ ਟੂ ਟਾਈਮ ਸਾਂਝਾ ਕਰਦਾ ਰਹਾਂਗੇ। ਤੇ ਹੁਣ ਜਾਣ ਤੋਂ ਪਹਿਲਾਂ ਕਹਾਂਗਾ, ਜ਼ਿੰਦਗੀ ਜ਼ਿੰਦਾਦਰੀ ਦਾ ਨਾਮ ਹੈ। ਦਵਿੰਦਰ ਸਿੰਘ ਬੈਨੀਪਾਲ ਨੂੰ ਆਗਿਆ ਦਿਓ। ਸਤਿ ਸ਼੍ਰੀ ਅਕਾਲ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ। ਫਿਰ ਮਿਲਾਂਗੇ। ਧੰਨਵਾਦ।